जिंदाबाद 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 संघर्ष कमेटी जिंदाबाद 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 पंजाब सरकार मुर्दाबाद 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 सेंटर सरकार मुर्दाबाद 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 कैप्टन सरकार मुर्दाबाद 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 कौटियां दे पा जमीना नहीं देंगे नहीं देंगे नहीं देंगे कौटियां दे पा जमीना नहीं देंगे नहीं देंगे नहीं देंगे किसान मजदूर मुलाजिम एकता जिंदाबाद 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 किसान मजदूर मुलाजिम एकता जिंदाबाद 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 पंजाब सरकार मुर्दाबाद 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 पंजाब सरकार मुर्दाबाद 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 कौटियां दे पा जमीना नहीं देंगे नहीं देंगे नहीं देंगे किसान मजदूर मुलाजिम एकता जिंदाबाद 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 किसान मजदूर मुलाजिम एकता जिंदाबाद जिंदाबाद जिंदाबाद। सत श्री अकाल दर्शकों, देख रहे हो देश दुनिया चैनल। मैं हाँ जी हरविंदर जोती। दर्शकों पहुंचा जी पिंड गोसगढ़। मेरे पिछे देख सकते हो कि पिंड गोसगढ़ के जो गुरुद्वारा साहब के एक मीटिंग चल रही है किसानों वालों, किसान संघर्ष कमेटी वालों एक मीटिंग चल रही है। ਤੁਸੀਂ ਮੇਰੇ ਪਿੱਛੇ ਸਿੱਧਾ ਪ੍ਰਸਾਰਣ ਸਾਡੇ ਚੈਨਲ ਦੇਖ ਸਕਦੇ ਹੋ। ਮੀਟਿੰਗ ਦਾ ਲਾਈਵ ਟੈਲੀਕਾਸਟ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਦਿਖਾ ਰਹੇ ਹਾਂ। ਇਸ ਤੋਂ ਬਾਅਦ ਜਿਹੜੇ ਮੀਟਿੰਗ ਦੇ ਵਿੱਚ ਬੁਲਾਰੇ ਪਹੁੰਚੇ ਨੇ, ਪਿੰਡ ਦੇ ਮੋਹਤਵਾਰ ਬੰਦੇ ਪਹੁੰਚੇ ਨੇ, ਪਿੰਡ ਦੇ ਸਰਪੰਚ ਸਾਹਿਬ ਖੜੇ ਨੇ। ਗੱਲਬਾਤ ਕਰਾਂਗੇ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਕਿ ਜਿਹੜੀ ਇਹ ਮੀਟਿੰਗ ਚੱਲ ਰਹੀ ਹੈ ਪਿੰਡ ਦੇ ਵਿੱਚ ਕਿਸ ਚੀਜ਼ ਨੂੰ ਲੈ ਕੇ ਮੀਟਿੰਗ ਰੱਖੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਮੇਨ ਏਜੰਡਾ ਕਿਹੜਾ ਏਜੰਡਾ ਸੈੱਟ ਕੀਤਾ ਗਿਆ ਵਾ ਜਿਹਦੇ ਕਰਕੇ ਇਹ ਮੀਟਿੰਗ ਉਸਾਰੀ ਗਈ ਆ। ਕਿਸਾਨ ਸੰਘਰਸ਼ ਕਮੇਟੀ ਜਿਹਦੇ ਕਿ ਪੋਸਟਰ ਲੱਗੇ ਹੋਏ ਨੇ ਪਿੰਡ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੋਰ ਵੀ ਜਥੇਬੰਦੀਆਂ ਤੋਂ ਜਾਂ ਜਿਹੜੇ ਕਿਸਾਨ ਭਾਈਚਾਰੇ ਤੋਂ ਲੋਕ ਪਹੁੰਚੇ ਹੋਣਗੇ, ਪਿੰਡ ਦੇ ਸਰਪੰਚ ਸਾਹਿਬ ਪਹੁੰਚੇ ਹੋਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਤੇ ਸੱਜਣ ਸਰਪੰਚ ਸਾਹਿਬ ਖੜੇ ਨੇ ਜੀ ਸਾਹਿਬ ਦਾ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਸਰ ਪਿੰਡ ਦੇ ਵਿੱਚ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੀਟਿੰਗ ਰੱਖੀ ਹੈ, ਤੁਸੀਂ ਹੱਥਾਂ 'ਚ ਸਲੋਗਨ ਲੈ ਕੇ ਖੜੇ ਹੋ ਸਰ ਕੀ ਪੂਰਾ ਮੈਟਰ ਹੈ ਜੀ? ਮੈਂ ਬਲਦੇਵ ਸਿੰਘ ਨੂਰਵਾਲਾ। ਅੱਜ ਅਸੀਂ ਗੌਂਸਗੜ੍ਹ ਨਗਰ ਦੇ ਵਿੱਚ ਮੀਟਿੰਗ ਰੱਖੀ ਆ ਜੋ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਸੜਕਾਂ ਨਿਕਲ ਰਹੀਆਂ ਹਨ। ਉਸ ਦੇ ਸੰਬੰਧ ਦੇ ਵਿੱਚ ਅਸੀਂ ਮੀਟਿੰਗ ਰੱਖੀ ਆ ਜੋ ਕਿ ਸਰਕਾਰ ਸਾਡੇ ਨਾਲ ਅਵਾਰਡ ਕਰਨ ਜਾ ਰਹੀ ਆ। ਸਾਡੇ ਨਾਲ ਜੋ ਅਵਾਰਡ ਸਰਕਾਰ ਕਰ ਰਹੀ ਆ ਉਹ ਬਹੁਤ ਧੱਕਾ ਕਰ ਰਹੀ ਆ। ਸਾਡੇ ਅਵਾਰਡ ਕਲੈਕਟਰ ਰੇਟ ਤੋਂ ਥੋੜ੍ਹੇ ਜਿਹੇ ਪੈਸੇ ਉੱਪਰ ਪਾ ਕੇ ਉਸ ਨੂੰ ਛਾਂਟ ਰੇਟ ਬਣਾਉਂਦੀ ਆ ਆਪਣੀ ਮਰਜ਼ੀ ਦੇ ਨਾਲ। ਔਰ ਉਹ ਜੋ ਛਾਂਟ ਰੇਟ ਬਣਾਉਂਦੀ ਆ ਉਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ। ਕੌਡੀਆਂ ਦੇ ਭਾਅ ਸਾਡੇ ਕੋਲੋਂ ਜ਼ਮੀਨਾਂ ਸਰਕਾਰ ਲੈਣਾ ਚਾਹੁੰਦੀ ਆ ਔਰ ਸਾਡੀ ਮੰਗ ਆ ਕਿ ਜੋ ਸਰਕਾਰ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਲੁਧਿਆਣੇ ਦੇ ਵਿੱਚੋਂ ਜ਼ਮੀਨ ਅਕਵਾਇਰ ਕਰਨਾ ਚਾਹੁੰਦੀ ਆ ਉਸ ਦਾ ਰੇਟ ਸਾਨੂੰ ਮਾਰਕੀਟ ਰੇਟ ਦਿੱਤਾ ਜਾਵੇ। ਨਾਲ ਸਾਨੂੰ ਜੋ ਸੜਕਾਂ ਸਾਈਡ ਤੇ ਦਿੱਤੀਆਂ ਜਾਣ, ਜੋ ਸਾਡੀਆਂ ਮੋਟਰਾਂ ਆਉਂਦੀਆਂ ਹਨ, ਟਿਊਬਵੈੱਲ ਮੋਟਰਾਂ ਆਉਂਦੀਆਂ ਹਨ, ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਔਰ ਜੋ ਸਾਡੇ ਘਰ ਜਾਂ ਡੇਰੇ ਜਾਂ ਕਿਸੇ ਮੇਰੇ ਵੀਰ ਦੀ ਕੋਈ ਫੈਕਟਰੀ ਆਉਂਦੀ ਆ ਉਸ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਪਰ ਸਰਕਾਰ ਸਾਡੇ ਨਾਲ ਜੋ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਸਰਕਾਰ ਸਾਨੂੰ ਸਿਰਫ 25 ਲੱਖ ਤੋਂ ਲੈ ਕੇ 30 ਲੱਖ ਰੁਪਇਆ ਸਾਡਾ ਰੇਟ ਪਾ ਰਹੀ ਆ, ਜਿਸ ਦੇ ਨਾਲ ਸਾਡਾ ਬਹੁਤ ਜ਼ਿਆਦਾ ਉਜਾੜਾ ਹੋ ਰਿਹਾ। ਇੱਕ ਤਾਂ ਸਾਡਾ ਰੁਜ਼ਗਾਰ ਜਾ ਰਿਹਾ ਔਰ ਨੰਬਰ 2 ਸਾਨੂੰ ਜੋ ਅਸੀਂ ਅੱਗੇ ਜਾ ਕੇ ਜੋ ਸਾਡਾ ਮੁੱਖ ਕਿੱਤਾ ਖੇਤੀਬਾੜੀ ਦਾ, ਅਸੀਂ ਅੱਗੇ ਜਾ ਕੇ ਖੇਤੀਬਾੜੀ ਦੀਆਂ ਜ਼ਮੀਨਾਂ ਲੈਣੀਆਂ ਨੇ, ਨਾ ਤਾਂ ਸਾਨੂੰ ਇਸ ਭਾਅ ਜ਼ਮੀਨਾਂ ਮਿਲਣੀਆਂ ਔਰ ਨਾ ਹੀ ਸਾਡੇ ਨੂੰ ਹੋਰ ਕੋਈ ਸਾਡੇ ਕੋਲੋਂ ਰੁਜ਼ਗਾਰ ਹੋਣਾ। ਸੋ ਅਸੀਂ ਬਿਲਕੁਲ ਵਿਹਲੇ ਬੇਰੁਜ਼ਗਾਰ ਹੋ ਜਾਵਾਂਗੇ। ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਡਿਵੈਲਪਮੈਂਟ ਦੇ ਹੱਕ ਵਿੱਚ ਹਾਂ। ਅਸੀਂ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਵਿੱਚ ਡਿਵੈਲਪਮੈਂਟ ਨਹੀਂ ਹੋਣੀ ਚਾਹੀਦੀ। ਅਸੀਂ ਚਾਹੁੰਦੇ ਹਾਂ ਕਿ ਡਿਵੈਲਪਮੈਂਟ ਹੋਵੇ, ਪਰ ਡਿਵੈਲਪਮੈਂਟ ਦੇ ਨਾਂ 'ਤੇ ਜੋ ਸਾਡਾ ਸਰਕਾਰ ਉਜਾੜਾ ਕਰਨ ਲੱਗੀ ਹੋਈ ਆ, ਅਸੀਂ ਉਹ ਉਜਾੜਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਵੀ ਅੱਗੇ ਜਾ ਕੇ ਕੁਝ ਬੇਰੁਜ਼ਗਾਰ
ਜਦੋਂ ਸਾਨੂੰ ਦਿਖ ਰਿਹਾ ਕਿ ਹੋਣਾ, ਅਸੀਂ ਵੀ ਰੁਜ਼ਗਾਰ ਚਾਹੁੰਦੇ ਆ। ਜਾਂ ਤਾਂ ਸਾਨੂੰ ਨੌਕਰੀਆਂ ਦੇਣ, ਨਾ ਤਾਂ ਸਾਡੇ ਕੋਲੇ ਨੌਕਰੀਆਂ ਨੇ। ਸਾਡੇ ਕੋਲ ਇੱਕੋ ਹੀ ਇੱਕ ਕਿੱਤਾ ਹੈਗਾ ਖੇਤੀਬਾੜੀ ਦਾ, ਔਰ ਉਹ ਖੇਤੀਬਾੜੀ ਦੇ ਵਿੱਚ ਵੀ ਸਾਡੀ ਇਨਕਮ ਘਟ ਜਾਣੀ ਆ ਜਦੋਂ ਸਰਕਾਰ ਨੇ ਸਾਡੀਆਂ ਜ਼ਮੀਨਾਂ ਲੈ ਲਈਆਂ। ਸੋ ਅਸੀਂ ਸਾਰੇ ਹੀ ਅੱਜ ਤਕਰੀਬਨ ਲੁਧਿਆਣਾ ਜ਼ਿਲ੍ਹਾ ਇਕੱਠਾ ਹੋਇਆ। ਲੁਧਿਆਣੇ ਜ਼ਿਲ੍ਹੇ ਨੇ ਮੀਟਿੰਗ ਕੀਤੀ ਆ ਗੌਂਸਗੜ੍ਹ ਨਗਰ ਦੇ ਵਿੱਚ, ਔਰ ਅਸੀਂ ਇਹ ਫੈਸਲਾ ਕੀਤਾ ਕਿ 15 ਤਰੀਕ ਵਾਲੇ ਦਿਨ ਜੋ ਵੀਰਵਾਰ ਦਿਨ ਬਣਦਾ 11 ਵਜੇ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦਾ ਦਫ਼ਤਰ ਦਾ ਘਿਰਾਓ ਕਰਾਂਗੇ, ਔਰ ਬਹੁਤ ਵੱਡੀ ਸ਼ਮੂਲੀਅਤ ਦੇ ਨਾਲ ਅਸੀਂ ਇਸ ਘਿਰਾਓ ਦੇ ਵਿੱਚ ਸਾਡੇ ਜ਼ਿਮੀਂਦਾਰ ਸ਼ਾਮਲ ਹੋਣਗੇ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ 15 ਤਰੀਕ ਤੋਂ ਪਹਿਲਾਂ ਜਾਂ ਤਾਂ ਕੋਈ ਜੋ ਸਾਨੂੰ ਅਵਾਰਡ ਦੇਣੇ ਹਨ ਉਸ ਦੀ ਕੋਈ ਕਮੇਟੀ ਬਣਾਈ ਜਾਵੇ, ਔਰ ਸਾਡੀ ਉਹ ਜੋ ਕਮੇਟੀ ਬਣੂਗੀ ਉਸ ਦੀ ਸਹਿਮਤੀ ਦੇ ਨਾਲ ਅਵਾਰਡ ਬਣਨ, ਔਰ ਸਾਨੂੰ ਪਤਾ ਲੱਗੇ ਕਿ ਤੁਹਾਡੀ ਜ਼ਮੀਨ ਦਾ ਆਹ ਮੁੱਲ ਪੈ ਰਿਹਾ, ਜੋ ਅਸੀਂ ਮੰਗ ਰਹੇ ਹਾਂ ਕਿ ਸਾਨੂੰ ਉਹ ਜ਼ਮੀਨ ਦਾ ਮੁੱਲ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਸੋ ਜਿੰਨਾ ਚਿਰ ਤੱਕ ਪ੍ਰਸ਼ਾਸਨ ਸਾਨੂੰ ਵਿਸ਼ਵਾਸ ਵਿੱਚ ਨਹੀਂ ਲੈਂਦਾ, ਅਸੀਂ ਉਹਨਾਂ ਚਿਰ ਤੱਕ ਨਾ ਤਾਂ ਅਸੀਂ ਅਵਾਰਡ ਮਨਜ਼ੂਰ ਕਰਾਂਗੇ, ਔਰ ਆਉਣ ਵਾਲੇ ਸਮੇਂ ਵਿੱਚ ਨਾ ਅਸੀਂ NH ਵਾਲਿਆਂ ਨੂੰ ਆਪਦੇ ਖੇਤਾਂ ਵਿੱਚ ਵੰਡ ਦੇਵਾਂਗੇ, ਔਰ ਨਾ ਹੀ ਅਸੀਂ ਪ੍ਰਸ਼ਾਸਨ ਨੇ ਜੋ ਸਾਡੇ ਅਕਾਊਂਟ ਮੰਗੇ ਨਾ ਅਸੀਂ ਅਕਾਊਂਟ ਦੇਵਾਂਗੇ, ਔਰ ਨਾ ਅਸੀਂ ਇਹਨਾਂ ਨੂੰ ਧੱਕੇ ਦੇ ਨਾਲ ਅਸੀਂ ਆਪਣੀਆਂ ਜ਼ਮੀਨਾਂ ਵਿੱਚ ਵੰਡ ਦੇਵਾਂਗੇ। ਜੇ ਸਾਡੇ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਅਸੀਂ ਮੂੰਹ ਤੋੜ ਅਸੀਂ ਜਵਾਬ ਦੇਵਾਂਗੇ। ਸੋ ਇੰਨੀਆਂ ਕਿ ਅਸੀਂ ਬੇਨਤੀਆਂ ਕਰਦੇ ਹਾਂ। ਸਰ, ਜਿਹੜੀਆਂ ਸਾਰੀ ਵਿਉਂਤਬੰਦੀ ਬਣਾਈ ਗਈ ਆ, ਜਿੱਦਾਂ ਤੁਸੀਂ ਦੱਸ ਰਹੇ ਹੋ ਜਿਹੜੀਆਂ ਇਹ ਜ਼ਮੀਨਾਂ ਦੇ ਵਿੱਚੋਂ ਹਾਈਵੇ ਜਾਂ ਨੈਸ਼ਨਲ ਹਾਈਵੇ ਕਰ ਰਹੇ ਨੇ, ਬਣਾ ਰਹੇ ਨੇ, ਇਹ ਵਿਉਂਤਬੰਦੀ ਕਿਸਾਨਾਂ ਦੇ ਨਾਲ ਤੁਹਾਡੇ ਨਾਲ ਕਦੇ ਨਾ ਕਦੇ ਕੋਈ ਕਮੇਟੀ ਦੇ ਨਾਲ ਕੋਈ ਮੀਟਿੰਗ ਹੋਈ ਹੋਵੇ, ਨੋਟੀਫਿਕੇਸ਼ਨ ਕੋਈ ਜਾਰੀ ਕੀਤਾ ਗਿਆ ਹੋਵੇ? ਜਿਵੇਂ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਦੇ ਵਿੱਚੋਂ ਜਿਹੜੀ ਉਪਜਾਊ ਜ਼ਮੀਨਾਂ ਦੇ ਵਿੱਚੋਂ ਸੜਕਾਂ ਕੱਢ ਰਹੇ ਆ, ਆਲੇ ਦੁਆਲੇ 100 ਫੁੱਟ ਜਗ੍ਹਾ ਵੀ ਲੈ ਰਹੇ ਹੋ, ਕਿਤੇ ਕੋਈ ਵਿਉਂਤਬੰਦੀ ਤੁਹਾਡੇ ਨਾਲ ਕੀਤੀ ਗਈ ਹੋਵੇ, ਉਹਦੇ 'ਚ ਕੋਈ ਲਿਖਤੀ ਰੂਪ ਦੇ ਵਿੱਚ ਕੋਈ ਕਮਿਟਮੈਂਟ ਕੀਤੀ ਗਈ ਹੋਵੇ? ਜਦੋਂ ਇਹਨਾਂ ਨੇ ਸਾਨੂੰ DA ਦਿੱਤਾ, ਅਖਬਾਰ ਦੇ ਵਿੱਚ ਆਇਆ, ਉਦੋਂ ਸਾਨੂੰ ਪਤਾ ਲੱਗਿਆ ਕਿ ਸਰਕਾਰ ਇੱਥੋਂ ਕੋਈ ਨੈਸ਼ਨਲ ਹਾਈਵੇ ਕੱਢਣ ਜਾ ਰਹੀ ਆ। ਅਸੀਂ ਤਾਂ ਕੋਵਿਡ ਦੇ ਕਰਕੇ ਆਪੋ ਆਪਣੇ ਘਰਾਂ ਵਿੱਚ ਸੀ, ਔਰ ਦਿੱਲੀ ਧਰਨੇ ਦੀ ਸ਼ਾਮਲ ਸੀ, ਔਰ ਜਦੋਂ ਸਾਨੂੰ ਇਹ ਅਖਬਾਰ ਦੇ ਵਿੱਚ ਪਤਾ ਲੱਗਿਆ 26 ਤਰੀਕ ਸੀ, ਅਸੀਂ ਦਿੱਲੀ ਸੀ ਬੈਠੇ, ਤਾਂ ਸਾਨੂੰ ਫੋਨ ਗਿਆ ਕਿ ਆਪਣੇ ਜੋ ਨੰਬਰ ਨੇ ਆਪਣੇ ਏਰੀਏ ਦੇ ਜੋ ਨੰਬਰ ਖਸਰਾ ਨੰਬਰ ਵਗੈਰਾ ਨੇ ਉਹ ਅਖਬਾਰ ਵਿੱਚ ਆ ਗਏ ਨੇ, ਆਪਣੇ ਕੋਈ ਨੈਸ਼ਨਲ ਹਾਈਵੇ ਛੜ ਕੱਢਣ ਲੱਗਿਆ। ਸੋ ਸਾਡੇ ਉਸ ਦਿਨ ਤੋਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਤੋਂ ਪਹਿਲਾਂ ਸਾਨੂੰ ਪ੍ਰਸ਼ਾਸਨ ਨੇ ਕੋਈ ਵੀ ਭਰੋਸੇ ਵਿੱਚ ਨਹੀਂ ਲਿਆ, ਕੋਈ ਵੀ ਜਦੋਂ ਇਹਨਾਂ ਨੇ ਸਰਵੇ ਕੀਤਾ ਨਾ ਉਦੋਂ ਭਰੋਸੇ 'ਚ ਲਿਆ, ਕੋਈ ਜੋ ਇਹਨਾਂ ਨੇ ਪੋਲਿਊਸ਼ਨ ਬੋਰਡ ਦੀ ਮੀਟਿੰਗ ਕੀਤੀ ਆ ਨਾ ਸਾਨੂੰ ਉਦੋਂ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸੇ ਵਿੱਚ ਲਿਆ। ਸਿਰਫ ਕੇਵਲ ਤੇ ਕੇਵਲ ਸਾਨੂੰ ਜਦੋਂ DA ਆਇਆ ਜਾਂ D3 ਕੱਢਿਆ ਹੁਣ ਸਾਨੂੰ ਉਦੋਂ ਪਤਾ ਲੱਗਿਆ, ਔਰ ਸਾਨੂੰ ਹੁਣ ਜਦੋਂ ਪਤਾ ਲੱਗ ਰਿਹਾ ਕਿ ਤੁਹਾਨੂੰ ਤਾਂ ਪੈਸਾ ਹੀ ਕੁਛ ਨਹੀਂ ਮਿਲ ਰਿਹਾ। ਪਹਿਲਾਂ ਸਾਡੇ ਜ਼ਿਮੀਂਦਾਰਾਂ ਨੂੰ ਚਾਅ ਸੀ ਕਿ ਸਾਨੂੰ ਸ਼ਾਇਦ ਪਿਛਲੇ ਸਮੇਂ ਵਾਂਗੂ 1.5 ਕਰੋੜ ਰੁਪਈਆ, ਕਰੋੜ ਰੁਪਈਆ, 2 ਕਰੋੜ ਰੁਪਈਆ ਮਿਲੂਗਾ, ਪਰ ਜਦੋਂ ਜਮਾਨੇ ਦੇ ਹਿਸਾਬ ਨਾਲ ਦੇਖਿਆ ਜਾਈਏ ਤਾਂ ਸਾਨੂੰ 3 ਕਰੋੜ ਜਾਂ 4 ਕਰੋੜ ਦੀ ਬਜਾਏ ਤੇ ਸਾਨੂੰ ਇਹ ਲੱਖਾਂ ਵਿੱਚ ਆ ਕੇ ਟਿਕਾਤਾ ਕਿ ਤੁਹਾਨੂੰ 20 ਲੱਖ ਮਿਲੂਗਾ ਤੇ ਸਾਨੂੰ 25 ਲੱਖ ਮਿਲੂ, ਤੁਹਾਨੂੰ 30 ਲੱਖ ਮਿਲੂ। ਸਰ, ਕਿਤੇ ਨਾ ਕਿਤੇ ਸਰਕਾਰਾਂ ਇਹ ਵੀ ਕਹਿੰਦੀਆਂ ਨੇ ਕਿ ਗੱਲ ਕਿਸੇ ਜ਼ਮੀਨ ਦੀ ਪਿੰਡ ਦੀ ਜ਼ਮੀਨ ਆ ਜਾਂ ਜਿੱਥੋਂ ਹਾਈਵੇ ਕੱਢਦੇ ਆ ਉਹਦੇ ਆਲੇ ਦੁਆਲੇ ਰੋਜ਼ਗਾਰ ਪੈਦਾ ਹੁੰਦੇ ਆ, ਵਿੱਚੋਂ ਲਾਈਨ ਨਿਕਲਦੀ, ਆਲੇ ਦੁਆਲੇ ਤੁਸੀਂ ਸੜਕਾਂ ਬਣਾ ਸਕਦੇ ਹੋ, ਮਾਰਕੀਟ ਦੁਕਾਨਾਂ ਕਰ ਸਕਦੇ ਹੋ, ਤੁਹਾਡੀ ਜ਼ਮੀਨ ਦਾ ਵੀ ਰੇਟ ਵਧੇਗਾ, ਵੈਲਿਊ ਵਧੇਗੀ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਜਿਹੜੀ ਐਕਟ ਆ ਨੈਸ਼ਨਲ ਹਾਈਵੇ ਦਾ ਐਕਟ ਕਹਿੰਦਾ ਸਾਡੇ ਤਾਂ ਜਿਹੜੇ ਜ਼ਿਮੀਂਦਾਰਾਂ ਦੇ ਪੰਛੀ ਰੱਖੇ ਹੋਏ ਨੇ ਨਾ, ਪੰਛੀ, ਉਹਨਾਂ ਨੇ ਵੀ ਨੈਸ਼ਨਲ ਹਾਈਵੇ ਦੀ ਸੜਕ ਤੇ ਇਹਨਾਂ ਨੇ ਚੜ੍ਹਨ ਨਹੀਂ ਦੇਣਾ। ਸਾਡੇ ਸਾਈਕਲ, ਸਾਡੇ ਟਰੈਕਟਰ, ਜਾਂ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਮਾਲ ਬਣਾਉਣਗੇ ਜਾਂ ਇਹ ਦੁਕਾਨਾਂ ਬਣਾਉਣਗੇ ਜਾਂ ਕੋਈ ਪੈਟਰੋਲ ਪੰਪ ਲਾਉਣਗੇ ਜਾਂ ਚਾਹ ਦੀ ਦੁਕਾਨ ਖੋਲ੍ਹਣਗੇ, ਇਹਨਾਂ ਨੇ ਸਾਨੂੰ ਨੇੜੇ ਨਹੀਂ ਲੱਗਣ ਦੇਣਾ। ਇਹਨਾਂ ਨੇ ਲਾਅ ਹੀ ਇਦਾਂ ਦਾ ਬਣਾਤਾ ਕਿ ਤੁਸੀਂ ਇੰਨੇ ਫੁੱਟ ਆਪਣੀਆਂ ਜ਼ਮੀਨਾਂ ਇੰਨੇ ਫੁੱਟ ਲੈ ਕੇ ਤੁਸੀਂ ਬਿਲਡਿੰਗ ਬਣਾਉਣੀ ਆ। ਸੋ ਉਹ ਜੋ ਜੇ ਅਸੀਂ ਜਿੰਨੀ ਸਾਨੂੰ ਇਹਨਾਂ ਨੇ ਸਟਰੈਂਥ ਦੱਸੀ ਆ, ਲੰਬਾਈ ਦੱਸੀ ਆ, ਜੇ ਅਸੀਂ ਉੱਦਾਂ ਕਰਨ ਲੱਗੇ ਤਾਂ ਅਸੀਂ ਵੈਸੇ ਹੀ ਮਰ ਜਾਣਾ। ਸਾਡੇ ਕੋਲ ਇੰਨੀ ਪੂੰਜੀ ਹੈ ਨਹੀਂ, ਪਹਿਲੀ ਗੱਲ ਤਾਂ ਸਾਡੇ ਕੋਲ ਪੂੰਜੀ ਹੈ ਨਹੀਂ, ਪੂੰਜੀ ਲਾਉਣੀ ਕਿੱਥੋਂ ਆ? ਜੇ ਸਾਨੂੰ ਸਰਕਾਰ ਕਰੋੜਾਂ ਰੁਪਏ ਦੇਊਗੀ ਤੇ ਤਾਂ ਹੀ ਅਸੀਂ ਆਪਦਾ ਕੋਈ ਕਾਰੋਬਾਰ ਕਰ ਸਕਾਂਗੇ ਨਾ। ਸਰਕਾਰ ਤਾਂ ਸਾਨੂੰ ਦੇ ਰਹੀ ਹੈ ਲੱਖਾਂ ਦੇ ਵਿੱਚ, ਤੇ ਅਸੀਂ ਆਪਦਾ ਕਾਰੋਬਾਰ ਕਿੱਥੇ ਕਰਾਂਗੇ? ਮਹਿੰਗਾਈ ਦਾ ਜ਼ਮਾਨਾ ਆ ਗਿਆ, ਕੀ ਸਾਡੇ ਕੋਲ ਹੋਣਾ? ਸਾਡੇ ਕੋਲ ਤਾਂ ਇੱਕ ਚਾਹ ਦੀ ਖੋਖਾ ਵੀ ਨਹੀਂ ਲੱਗਣਾ, ਉਹ ਨਾ ਸਾਡਾ ਲਾਉਣ ਦੇਣਾ ਕਿਸੇ ਨੇ, ਔਰ ਖੇਤੀ ਵਾਲੀ ਜ਼ਮੀਨ ਸਾਡੇ ਕੋਲੋਂ ਲੈ ਲੈਣੀ ਆ।
ਸਾਡੀ ਜੇ ਅੱਜ 1 ਕਿੱਲੇ ਵਿੱਚੋਂ 35,000 ਰੁਪਏ ਸਾਡੀ ਇਨਕਮ ਹੁੰਦੀ ਆ ਤੇ ਸਾਡੀ ਉਹ ਜ਼ਮੀਨ ਚਲ ਗਈ ਤਾਂ 15,000 ਰੁਪਏ ਸਾਡੇ ਕੋਲ ਇਨਕਮ ਰਹਿ ਜਾਣੀ ਆ। ਦੱਸੋ ਅਸੀਂ ਉਹਦੇ ਨਾਲ ਕੀ ਗੁਜ਼ਾਰਾ ਕਰਾਂਗੇ? ਕਿੱਥੇ ਅਸੀਂ ਬੱਚੇ ਪੜਾਵਾਂਗੇ? ਅਸੀਂ ਲੁਧਿਆਣੇ ਸ਼ਹਿਰ ਦੇ ਵਾਸੀ ਆ, ਕੀ ਅਸੀਂ 15 ਲੱਖ ਦੇ ਨਾਲ ਅਸੀਂ ਗੁਜ਼ਾਰਾ ਕਰ ਲਾਂਗੇ ਜ਼ਮੀਨ ਲੈ ਕੇ? ਸੋ ਸਾਡੀ ਤਾਂ ਸਰਕਾਰ ਨੂੰ ਬੇਨਤੀ ਵੀ ਆ ਔਰ ਚੇਤਾਵਨੀ ਵੀ ਆ ਕਿ ਮਤ ਸੋਚਣ ਕਿ ਜ਼ਿਮੀਂਦਾਰ ਅਨਭੋਲ ਨੇ, ਜ਼ਿਮੀਂਦਾਰ ਡਰ ਜਾਣਗੇ। ਅਸੀਂ ਉਹਨਾਂ ਚਿਰ ਤੱਕ ਆਪਦੀ ਜ਼ਮੀਨਾਂ ਵਿੱਚ ਪੈਰ ਨਹੀਂ ਪਾਉਣ ਦਿੰਦੇ ਸਰਕਾਰ ਨੂੰ ਜਿੰਨੀ ਦੇਰ ਤੱਕ ਸਾਡੇ ਨਾਲ ਸਾਨੂੰ ਮੁਆਵਜ਼ਾ ਨਹੀਂ ਪੂਰਾ ਦਿੰਦੀ, ਸਾਡੇ ਨੂੰ ਸਹਿਮਤ ਨਹੀਂ ਕਰਦੀ। ਸੋ ਉਹਨਾਂ ਚਿਰ ਤੱਕ ਅਸੀਂ ਆਪਦੇ ਇਰਾਦੇ ਤੇ ਦ੍ਰਿੜ ਆ। ਦਰਸ਼ਕੋ ਸੁਣ ਸਕਦੇ ਜੀ ਸਾਡੇ ਵਿਚਾਰ ਸਾਡੇ ਨਾਲ ਖੜੇ ਨੇ ਜੀ, ਇੱਕ ਵੀਰ ਹੋਰ ਖੜੇ ਨੇ, ਪਹਿਲਾਂ ਕੱਟ ਕਰ ਲਾ। ਯਾਰ ਕਿਸਾਨ ਭਾਈਚਾਰੇ ਤੋਂ ਵੀਰ ਆਏ ਨੇ, ਸਾਰਿਆਂ ਨੂੰ ਇੱਕ ਵਧੀਆ ਮੀਟਿੰਗ ਦੇ ਰਾਹੀਂ ਮੈਸੇਜ ਲਗਾਇਆ ਵਾ। 15 ਤਰੀਕ ਦੀ ਸਰ ਦੀ ਕਾਲ ਆ ਕਿ ਡੀਸੀ ਦਾ ਘਰਾਓ ਕਰਨਾ ਵਾ। ਸਰ ਸਾਰਾ ਮੈਟਰ ਹੈ ਕਿ ਇਹ ਪੂਰੇ ਪੰਜਾਬ ਦੇ ਵਿੱਚ ਕਿੰਨੇ ਹਾਈਵੇ ਦੀਆਂ ਲਾਈਨਾਂ ਨਿਕਲੀਆਂ ਨੇ ਔਰ ਕਿੰਨੇ ਕਿਲੋਮੀਟਰ ਦਾ ਸਾਡਾ ਜ਼ਮੀਨ ਜਿਹੜੀ ਕਿ ਸਰਕਾਰਾਂ ਵੱਲੋਂ ਅਕਵਾਇਰ ਕੀਤੀ ਜਾ ਰਹੀ ਹੈ? ਸਰ ਇਹ ਮੇਰਾ ਨਾਮ ਵਿਕਰਮ ਸਿੰਘ ਮੰਗਟ, ਪਿੰਡ ਰਾਮਪੁਰ ਤੇ ਜ਼ਿਲ੍ਹਾ ਲੁਧਿਆਣਾ। ਭਾਰਤਮਾਲਾ ਪ੍ਰੋਜੈਕਟ ਤਹਿਤ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਇਹ ਦੋਨੋਂ ਰਲ ਕੇ ਬਹੁਤ ਵੱਡੇ ਹਾਈਵੇ ਬਣਾਉਣ ਜਾ ਰਹੀ ਹੈ, ਜਿਹਦੇ ਨਾਲ 13 ਪੰਜਾਬ ਦੇ ਜ਼ਿਲ੍ਹੇ ਪ੍ਰਭਾਵਿਤ ਹੋ ਰਹੇ ਨੇ ਤੇ ਪੰਜਾਬ ਦਾ 25,000 ਏਕੜ ਇਹਨਾਂ ਸੜਕਾਂ ਦੇ ਥੱਲੇ ਆਉਣ ਨੂੰ ਤਿਆਰ ਹੈ। ਪਰ ਜਿਹੜੀ ਐਕਟ ਦੇ ਹਿਸਾਬ ਨਾਲ ਇਹ ਸਾਨੂੰ ਮੁਆਵਜ਼ਾ ਦੇਣਾ ਚਾਹੁੰਦੇ ਨੇ, ਕਿਸਾਨ ਮੰਗ ਕਰ ਰਹੇ ਨੇ ਮਾਰਕੀਟ ਰੇਟ ਦੀ, ਵੀ ਸਾਡੇ ਪਿੰਡਾਂ ਸ਼ਹਿਰਾਂ ਦਾ ਜੋ ਮਾਰਕੀਟ ਰੇਟ ਹੈ ਉਹਦੇ ਹਿਸਾਬ ਨਾਲ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਪਰ ਸਰਕਾਰਾਂ ਸਾਨੂੰ 2013 ਦੇ ਐਕਟ ਦੇ ਵਿੱਚ ਕਹਿੰਦੇ ਅਮੈਂਡਮੈਂਟ ਹੋ ਗਈ ਜੀ, ਮੋਦੀ ਸਰਕਾਰ ਨੇ ਜਿੱਦਾਂ ਉੱਤੇ 3 ਖੇਤੀ ਬਿੱਲ ਪਾਸ ਕੀਤੇ ਨੇ, ਐਦਾਂ ਹੀ ਇੱਕ ਕਾਨੂੰਨ ਸਾਡੇ ਅਗੇਂਸਟ ਕਿਸਾਨਾਂ ਤੋਂ ਚੋਰੀ ਅਖੇ ਉਹਦੇ 'ਚ ਅਮੈਂਡਮੈਂਟ ਕਰਤੀ। ਉਹਦੇ 'ਚ ਕਿਤੇ ਮਾਰਕੀਟ ਰੇਟ ਦਾ ਜ਼ਿਕਰ ਨਹੀਂ, ਉਹਦੇ 'ਚ ਡੀਸੀ ਰੇਟ ਜਾਂ ਸ਼ਾਰਟ ਰੇਟ। ਪਰ ਸ਼ਾਰਟ ਰੇਟ ਆਉਂਦਾ ਹੁੰਦਾ ਉਹਨਾਂ ਪਿੰਡਾਂ ਸ਼ਹਿਰਾਂ ਦੀਆਂ 3 ਸਾਲ ਪੁਰਾਣੀਆਂ ਰਜਿਸਟਰੀਆਂ ਵਿੱਚੋਂ, ਤੇ ਉਹ ਸਾਡੇ ਕੋਲ ਕੋਈ ਕਰਾਉਂਦਾ ਨਹੀਂ ਹੈਗਾ। ਜਿਹੜਾ ਬੇਸਿਕ ਰੇਟ ਹੁੰਦਾ, ਡੀਸੀ ਰੇਟ ਹੁੰਦਾ, ਉਹਨੂੰ ਇਹ ਮੋਸਟਲੀ ਰਜਿਸਟਰੀਆਂ ਹੁੰਦੀਆਂ ਨੇ। ਹੁਣ ਇਹ ਸਾਨੂੰ ਕਹਿੰਦੇ ਨੇ ਵੀ ਤੁਹਾਨੂੰ ਡੀਸੀ ਰੇਟ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਊ, ਤੇ ਕਿਸਾਨਾਂ ਦੀ ਮੰਗ ਹੈ ਸਾਨੂੰ ਮਾਰਕੀਟ ਰੇਟ ਦੇ ਹਿਸਾਬ ਨਾਲ ਪੈਸਾ ਦਿੱਤਾ ਜਾਵੇ। ਤੇ ਦੂਜੀ ਸਾਡੀ ਮੰਗ ਹੈ ਵੀ ਇਸ ਰੋਡ ਦੇ ਦੋਨੋਂ ਪਾਸੇ ਸਾਨੂੰ ਸਰਵਿਸ ਰੋਡ ਪ੍ਰੋਵਾਈਡ ਕੀਤੀ ਜਾਵੇ, ਜਿਹਦੇ ਨਾਲ ਅਸੀਂ ਆਪਣੇ ਖੇਤਾਂ ਤੱਕ ਆ ਜਾ ਸਕੀਏ। ਕਿਉਂਕਿ ਜਦੋਂ ਇਹ ਹਾਈਵੇ ਬਣ ਜੂਗਾ ਸਾਡੀਆਂ ਜ਼ਮੀਨਾਂ 2 ਫਾੜ ਹੋ ਜਾਣਗੀਆਂ, ਮੋਟਰ ਇੱਧਰ ਰਹਿ ਜੂ, ਜ਼ਮੀਨ ਉੱਧਰ ਰਹਿ ਜੂ, ਤੇ ਫਿਰ ਅਸੀਂ ਉੱਥੇ ਤੱਕ ਜਾਣਾ ਕਿੱਦਾਂ? ਇਹਨਾਂ ਨੇ ਕੋਈ ਸਾਨੂੰ ਲਿਖਤੀ ਰੂਪ 'ਚ ਅਜੇ ਸਰਵਿਸ ਰੋਡ ਨਹੀਂ ਦੱਸੀ ਤੇ ਕੋਈ ਸਾਨੂੰ ਇਹ ਮੁਆਵਜ਼ਾ ਮਾਰਕੀਟ ਰੇਟ ਦੇ ਹਿਸਾਬ ਨਾਲ ਨਹੀਂ ਦੇ ਰਹੇ। ਅੱਜ ਸਾਡੀ ਪਿੰਡ ਗੌਸਗੜ੍ਹ ਵਿਖੇ ਸਾਰੇ ਲੁਧਿਆਣੇ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ। ਸਾਡੀ ਇੱਕ ਕਮੇਟੀ ਬਣੀ ਹੋਈ ਹੈ, ਰੋਡ ਕਿਸਾਨ ਸੰਘਰਸ਼ ਕਮੇਟੀ। ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਿਕਰਜੀਤ ਸਿੰਘ ਕਾਲਸ ਉਹ ਵੀ ਇਸ ਮੀਟਿੰਗ 'ਚ ਸ਼ਾਮਲ ਸੀ। ਤੇ ਅਸੀਂ ਅੱਜ ਇੱਥੇ ਇੱਕ ਫੈਸਲਾ ਕੀਤਾ, ਜੇ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਨਾ ਆਈ ਤਾਂ ਅਸੀਂ 15 ਤਰੀਕ ਨੂੰ ਦਿਨ ਵੀਰਵਾਰ ਇਸੇ ਮਹੀਨੇ ਦੀ ਡੀਸੀ ਦਫ਼ਤਰ ਦਾ ਘਰਾਓ ਕਰਾਂਗੇ, ਜਿਹਦੇ ਵਿੱਚ ਸਾਨੂੰ ਪੰਜਾਬ ਦੇ 13 ਜ਼ਿਲ੍ਹੇ ਸਪੋਰਟ ਕਰਨਗੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਉਗਰਾਹਾਂ ਜਥੇਬੰਦੀ, ਰਾਜੇਵਾਲ ਜਥੇਬੰਦੀ, ਡਕੌਂਦਾ ਜਥੇਬੰਦੀ ਸਾਨੂੰ ਸੰਪੂਰਨ ਸਮਰਥਨ ਕਰ ਰਹੇ ਨੇ। ਅਸੀਂ ਡੀਸੀ ਦਫ਼ਤਰ ਦਾ ਘਰਾਓ ਕਰਾਂਗੇ। ਸਰ ਅੱਜ ਜਿਹੜੀ ਤੁਸੀਂ ਮੀਟਿੰਗ ਰੱਖੀ ਹੈ, ਕਿਸਾਨ ਜਿਹੜੀ ਸੰਘਰਸ਼ ਕਮੇਟੀ ਹੈ ਦਿੱਲੀ 'ਚ ਬੈਠੇ ਆ, ਜਿਹੜਾ ਆਪਣਾ ਮੋਰਚਾ ਲੱਗਿਆ ਹੈ, ਉਹਨਾਂ ਦੇ ਵਿੱਚੋਂ ਕੋਈ ਲੀਡਰ ਤੁਹਾਡੇ ਵਿੱਚ ਪਹੁੰਚਿਆ ਵਾ? ਤੁਸੀਂ ਇਹ ਮੈਟਰ ਜਿਹੜਾ ਦੱਸਿਆ ਵਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਵਾ? ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਜਿਹੜੇ ਆਮ ਕਿਸਾਨ ਪਿੰਡਾਂ ਥਾਂ ਲੋਕ ਬੈਠੇ ਆ, ਅੱਜ ਤੁਸੀਂ ਮੀਟਿੰਗ ਕੀਤੀ, ਅੱਜ ਮੀਡੀਆ ਰਾਹੀਂ ਵੀ ਇਹ ਨਿਊਜ਼ ਚੱਲੇਗੀ, ਜਿਹੜੇ ਲੋਕਾਂ ਨੂੰ ਹਜੇ ਤੱਕ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ, ਨੌਲੇਜ ਹੀ ਨਹੀਂ, ਉਹਨਾਂ ਨੂੰ ਕਿੱਦਾਂ ਕਨਵਿੰਸ ਕਰ ਰਹੇ ਹੋ? ਅਸੀਂ ਬਾਈ ਜੀ ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਵੀ ਦਸੰਬਰ ਔਰ ਜਨਵਰੀ ਦੇ ਵਿੱਚ ਸਾਡੇ 3A ਨੋਟੀਫਿਕੇਸ਼ਨ ਆਏ ਵੀ ਇਹਨਾਂ ਪਿੰਡਾਂ ਦੇ ਇਹਨਾਂ ਖਸਰੇ ਨੰਬਰਾਂ ਦੇ ਵਿੱਚ ਹਾਈਵੇ ਬਣਨ ਜਾ ਰਹੇ। ਟੋਟਲ ਸਰ ਕਿੰਨੇ ਪਿੰਡਾਂ ਦਾ ਨਾਮ ਆ ਰਿਹਾ ਔਰ ਕਿੰਨੇ ਹਾਈਵੇ ਨਿਕਲਣੇ ਨੇ? ਜਿਹੜਾ ਤੁਹਾਨੂੰ ਪੁੱਛਿਆ ਕਿੰਨੇ ਕਿਲੋਮੀਟਰ ਦਾ ਰੂਟ ਹੈਗਾ? ਆਪਣੇ ਇਕੱਲੇ ਲੁਧਿਆਣੇ ਦੇ ਵਿੱਚ 5 ਹਾਈਵੇ ਨਿਕਲ ਰਹੇ ਆ, ਜਿਨ੍ਹਾਂ ਦੇ ਵਿੱਚੋਂ ਦਿੱਲੀ ਕਟੜਾ ਐਕਸਪ੍ਰੈਸਵੇ, ਲੁਧਿਆਣਾ ਤੋਂ ਰੋਪੜ ਹਾਈਵੇ, ਲੁਧਿਆਣਾ ਤੋਂ ਬਠਿੰਡਾ ਹਾਈਵੇ, ਇੱਕ ਸਾਊਦਰਨ ਬਾਈਪਾਸ ਹੈ ਤੇ ਇੱਕ ਕਨੈਕਟੀਵਿਟੀ ਬਾਈਪਾਸ ਜਿਹੜਾ ਦਿੱਲੀ ਕਟੜਾ ਐਕਸਪ੍ਰੈਸਵੇ ਨੂੰ ਤੇ ਬਰਨਾਲਾ ਰੋਡ ਨੂੰ ਆਪਸ 'ਚ ਜੁਆਇੰਟ ਕਰਦਾ। 5 ਹਾਈਵੇ ਆ ਤੇ ਤਕਰੀਬਨ 200 ਤੋਂ ਜ਼ਿਆਦਾ ਪਿੰਡ ਲੁਧਿਆਣੇ ਦੇ ਪ੍ਰਭਾਵਿਤ ਹੋ ਰਹੇ ਆ। ਅਸੀਂ ਬੜੀ ਸਾਡੀ ਚੰਗੀ ਲਾਮਬੰਦੀ ਹੈ, ਅਸੀਂ ਕੱਲੀ ਸੜਕ 'ਚ ਪੈਂਦੇ ਪਿੰਡਾਂ ਦੀ ਲਾਮਬੰਦੀ ਕੀਤੀ ਹੋਈ ਹੈ ਤੇ WhatsApp ਗਰੁੱਪ ਕ੍ਰੀਏਟ ਕੀਤੇ ਹੋਏ ਨੇ। ਸਾਡਾ ਹਰੇਕ ਕਿਸਾਨ ਸਾਡੇ ਨਾਲ ਅਟੈਚ ਹੈ। ਸਾਡੀ ਇੱਕ ਕਾਲ ਤੇ ਪਿੱਛੋਂ ਅਸੀਂ 13 ਜ਼ਿਲ੍ਹੇ ਵੀ WhatsApp ਰਾਹੀਂ ਇੱਕ ਦੂਜੇ ਨਾਲ ਅਟੈਚਮੈਂਟ ਹੈ। 2-4 ਘੰਟੇ ਲੱਗ ਤਾਂ ਸਕਦੇ ਆ ਵੀ ਜੇ ਅਸੀਂ ਇੱਥੋਂ ਕਾਲ ਲਾ ਦਈਏ ਤਾਂ ਗੁਰਦਾਸਪੁਰ ਤੱਕ ਤੋਂ ਕਿਸਾਨ ਸਾਡੀ ਪਿੱਠ ਤੇ ਆ ਕੇ ਖੜ ਜਾਣਗੇ। ਸਰ ਜਿਹੜੀ ਡੀਸੀ ਸਾਹਿਬ ਦਾ ਘਰਾਓ ਕਰਨ ਦੀ ਗੱਲ ਕਰੀ ਗਈ ਹੈ, ਉਹਦਾ ਮੇਨ ਮੋਟਿਵ ਕੀ ਆ? ਤੁਹਾਡੇ ਜਿਹੜੀ ਤੁਸੀਂ ਅੱਜ ਮੀਟਿੰਗ ਕੀਤੀ ਹੈ ਉਹਦੇ ਘਰਾਓ ਕਰਨ ਦੀ ਵਜ੍ਹਾ ਕੀ ਦੱਸੀ ਜਾ ਰਹੀ ਹੈ? ਉਹਦਾ ਮੇਨ ਮਤਲਬ ਇਹ ਹੈ ਜੀ, ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਹਾਂ ਵੀ ਜਿਹੜੀ ਸੈਂਟਰ 'ਚ ਸਾਡੀ ਲੜਾਈ ਚੱਲਦੀ ਹੈ 3 ਖੇਤੀ ਕਾਨੂੰਨਾਂ ਦੀ, ਜਦੋਂ ਤੱਕ ਸਾਡੇ ਉਹ 3 ਬਿੱਲ ਰੱਦ ਨਹੀਂ ਹੁੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਕਿਸੇ ਸੈਂਟਰ ਨੂੰ ਜਾਂ ਪੰਜਾਬ ਸਰਕਾਰ ਨੂੰ 1 ਇੰਚ ਵੀ ਜਗ੍ਹਾ ਦਈਏ। ਪਰ ਇਹ ਕੀ ਹੈ, ਸਾਨੂੰ ਅੰਦੋਲਨਾਂ ਨੂੰ ਜਿੱਦਾਂ ਤਾਰ ਪੀੜੋ ਕੀਤਾ ਜਾਂਦਾ, ਅਸੀਂ ਤਾਂ ਬੜਾ
ਦਿੱਲੀ ਵਾਲੇ ਧਰਨੇ ਨੂੰ ਸਪੋਰਟ ਕਰਦੇ ਸੀਗੇ। ਹਰ ਹਫ਼ਤੇ ਸਾਡੇ ਪਿੰਡਾਂ 'ਚੋਂ ਡਿਊਟੀਆਂ ਲੱਗਦੀਆਂ ਸੀ, ਅਸੀਂ ਉੱਥੇ ਜਾਂਦੇ ਹੁੰਦੇ ਸੀ। ਪਰ ਸਾਨੂੰ ਉੱਥੇ ਬੈਠਿਆਂ ਨੂੰ ਪਤਾ ਲੱਗਿਆ ਵੀ ਸਾਡੇ ਪਿੰਡ 'ਚ ਬੁਰਜੀਆਂ ਲੱਗਣ ਲੱਗ ਗਈਆਂ, ਸਾਡੀ ਜ਼ਮੀਨ ਅਕਵਾਇਰ ਹੋਣ ਜਾ ਰਹੀ ਹੈ, ਤੇ ਅਸੀਂ ਉਸ ਮੋਰਚੇ ਨੂੰ ਛੱਡ ਕੇ ਇਸ ਨਵੇਂ ਮੋਰਚੇ ਤੇ ਨੂੰ ਤੁਰ ਪਏ। ਸਰ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿਤੇ ਗਵਰਨਮੈਂਟ ਦਾ ਕੋਈ ਬੰਦਾ ਜਦੋਂ ਨੈਸ਼ਨਲ ਹਾਈਵੇ ਤੁਹਾਡੇ ਨਾਲ ਗੱਲ ਲੱਗਿਆ, ਜਿੱਦਾਂ ਇਹਨਾਂ ਨੇ ਕਿਹਾ ਕਿ ਦਿੱਲੀ 'ਚ ਜਿਹੜੇ ਕਿਸਾਨ ਬੈਠੇ ਆ ਇਹਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਹੇ ਹੈਗੇ, ਵਰਗਲਾਏ ਜਾ ਰਹੇ ਨੇ, ਕਿਤੇ ਇਸ ਤਰ੍ਹਾਂ ਦੀ ਕਾਜ ਬਾਅਦ ਦੇ ਵਿੱਚ ਕੋਈ ਗੱਲ ਆ ਕੇ ਤੁਹਾਡੇ ਨਾਲ ਕੱਢ ਦੇਣ ਵੀ ਕਿਸਾਨਾਂ ਨੂੰ ਤਾਂ ਗੱਲ ਦੀ ਸਮਝ ਹੀ ਨਹੀਂ ਆ ਰਹੀ ਹੈਗੀ, ਅਸੀਂ ਉਹਨਾਂ ਨੂੰ ਮੁੱਲ ਪੂਰੇ ਦੇਵਾਂਗੇ, ਸ਼ਾਇਦ ਤੁਸੀਂ ਅਵੇਅਰ ਹੀ ਨਹੀਂ ਇਸ ਚੀਜ਼ਾਂ ਬਾਰੇ। ਸਾਡੇ ਕੋਲ ਸਾਰੇ ਪੰਜਾਬ ਦੇ ਵਾਰਡ ਨੇ। ਅੱਜ ਤੋਂ 1 ਮਹੀਨਾ 2 ਮਹੀਨਾ ਪਹਿਲਾਂ, ਕਿਉਂਕਿ ਸਾਡੀ ਯੂਨੀਅਨ ਬਣੀ ਹੋਈ ਆ, ਅਸੀਂ 13 ਜ਼ਿਲ੍ਹੇ ਆਪਸ 'ਚ ਕਨੈਕਟ ਹੈ। ਸਾਡੇ ਕੋਲ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਇਹਨਾਂ ਸਾਰਿਆਂ ਦੇ ਵਾਰਡ ਨੇ ਲੇਟੈਸਟ, ਜਿਹੜੇ ਹਫ਼ਤਾ ਪਹਿਲਾਂ, 10 ਦਿਨ ਪਹਿਲਾਂ, 20 ਦਿਨ ਪਹਿਲਾਂ ਹੋਇਆ। ਸਾਨੂੰ ਉੱਥੋਂ ਇੱਕ ਚੀਜ਼ ਕਲੀਅਰ ਕੱਟ ਸਮਝ ਆਉਂਦੀ ਹੈ ਵੀ ਇਹਨਾਂ ਨੇ ਸਾਨੂੰ ਕਿਸ ਤਰ੍ਹਾਂ ਦਾ ਮੁਆਵਜ਼ਾ ਦੇਣਾ। ਇਹਨਾਂ ਨੇ ਤਾਂ ਸਾਡੀ ਜਦੋਂ ਇਹ ਲੜਾਈ ਸ਼ੁਰੂ ਹੋਈ ਆ, ਸੰਗਰੂਰ ਦਾ ਪਿੰਡ ਹੈ ਇੱਕ ਸੰਤੋਖਪੁਰਾ, ਉੱਥੇ ਸਾਰਾ 18 ਲੱਖ ਰੁਪਇਆ ਦਿੱਤਾ ਸੀ, ਵਿੱਚੇ ਹੀ ਉਜਾੜਾ ਭੱਤਾ, ਵਿੱਚੇ ਹੀ ਪੁਨਰਵਾਸ, ਵਿੱਚੇ ਹੀ ਸਾਰਾ ਮਲਟੀਪਲਾਈ। ਪਿੰਡ ਨੂੰ ਜਿਹੜਾ ਇਨਕੀ ਟੋਟਲ ਤੁਸੀਂ ਕਹਿੰਦੇ ਅਮਾਉਂਟ ਦਿੱਤੀ ਗਈ ਹੈ ਨਹੀਂ, 1 ਏਕੜ ਦਾ 18 ਲੱਖ ਰੁਪਇਆ। ਅਸੀਂ ਤੇ ਪੁੱਛਿਆ ਵੈਸੇ ਜਿੱਦਾਂ ਤੁਸੀਂ ਕਹਿੰਦੇ ਹੋ ਜੋ ਅੱਜ ਦਾ ਜਿਹੜਾ ਜਗ੍ਹਾ ਦਾ ਮੁੱਲ ਚੱਲ ਰਿਹਾ ਇਸ ਸਮੇਂ ਤੋਂ ਜਗ੍ਹਾ ਦਾ ਕੀ ਮੁੱਲ ਹੈ ਜੀ? ਜੇ ਆਪਾਂ ਬਿਲਕੁਲ ਜ਼ੀਰੋ ਲੈਵਲ ਤੇ ਆ ਕੇ ਗਰਾਊਂਡ ਲੈਵਲ ਤੇ ਦੇਖੀਏ ਤਾਂ ਲੁਧਿਆਣੇ ਦਾ ਕੋਈ ਵੀ ਇਹੋ ਜਿਹਾ ਪਿੰਡ ਨਹੀਂ ਹੋਊ ਜਿੱਥੇ 25 ਲੱਖ ਤੋਂ ਘੱਟ ਏਕੜ ਹੋਵੇ। ਅਸੀਂ ਇਹਨਾਂ ਨੂੰ ਕਿਹਾ ਤੁਹਾਡੇ ਕੋਲ ਐਡਾ ਵੱਡਾ ਰੈਵਨਿਊ ਡਿਪਾਰਟਮੈਂਟ ਹੈ, ਤੁਸੀਂ ਕਹਿ ਰਹੇ ਹੋ ਕਿ ਜ਼ਮੀਨਾਂ ਭੰਗ ਦੇ ਭਾਅ ਲੈ ਰਹੇ ਨੇ ਸਾਡੇ। ਬਿਲਕੁਲ ਕੌਡੀਆਂ ਦੇ ਭਾਜੀ 5 ਲੱਖ 6 ਲੱਖ 7 ਲੱਖ 8 ਲੱਖ ਆਹ ਮੁੱਲ ਪਾ ਰਹੇ ਨੇ ਸਾਡੇ 1 ਏਕੜ ਦਾ। ਅਸੀਂ ਤਾਂ ਡੀਸੀ ਸਾਹਿਬ ਔਰ ਡੀਆਰਓ ਸਾਹਿਬ ਨੂੰ ਇੱਥੇ ਤੱਕ ਵੀ ਕਹਿ ਚੁੱਕੇ ਹਾਂ, ਜੇ ਤੁਸੀਂ 5 ਜਾਂ 7 ਲੱਖ ਨੂੰ ਸਾਡੇ ਕਿੱਲੇ ਲੈਣੇ ਨੇ ਤਾਂ ਸਾਰਾ ਪੰਜਾਬ ਤਿਆਰ ਹੈ, ਸਾਨੂੰ ਦਬਾਓ ਸਰਕਾਰੀ ਜ਼ਮੀਨ 5 ਤੋਂ 7 ਲੱਖ ਨੂੰ, ਅਸੀਂ ਸੌਦਾ ਕਰਾਂਗੇ ਤੁਹਾਡੇ ਨਾਲ। ਪਰ ਇਹ ਸਾਡੀ ਗੱਲ ਤੇ ਨਹੀਂ ਆਉਂਦੇ, ਇਹ ਕਹਿੰਦੇ ਨੇ ਅਸੀਂ ਤੁਹਾਨੂੰ ਫਲਾਨਾ ਫੈਕਟਰ ਦੇ ਦਾਂਗੇ, ਅਸੀਂ ਤੁਹਾਨੂੰ ਉਜਾੜਾ ਭੱਤਾ ਦੇ ਦਾਂਗੇ, ਪਰ ਸਾਰਾ ਕੁਝ ਐਡ ਕਰਕੇ ਇੱਕ 25-30 ਲੱਖ ਤੱਕ ਪਹੁੰਚ ਰਹੇ ਨੇ, ਜਿਹੜਾ ਕਿਸਾਨਾਂ ਨੂੰ ਮਨਜ਼ੂਰ ਨਹੀਂ। ਅਸੀਂ ਜਦ ਤੱਕ ਆਪਣੇ ਬੈਂਕ ਖਾਤੇ ਜਾਂ ਕਬਜ਼ੇ ਜ਼ਮੀਨਾਂ ਦੇ ਇਹਨਾਂ ਨੂੰ ਨਹੀਂ ਦੇਵਾਂਗੇ, ਜਦ ਤੱਕ ਸਾਨੂੰ ਸਾਡੇ ਸਹੀ ਬਣਦੇ ਹੱਕ ਨਹੀਂ ਦੇਊਗੀ ਸਰ। ਕਿਤੇ ਨਾ ਕਿਤੇ ਵੀਰ ਦੀਆਂ ਗੱਲਾਂ ਸਹੀ ਹੈ, ਕਿਤੇ ਢੁਕਵਾਂ ਜਾਂ ਜਿਹੜਾ ਉਹਦਾ ਮਾਲਿਕਾਨਾ ਹੱਕ ਆ, ਜੋ ਜ਼ਮੀਨ ਦਾ ਵੈਲਿਊ ਹੈਗੀ ਆ ਪ੍ਰੋਪਰ ਸਰਕਾਰਾਂ ਨਹੀਂ ਜਾਂ ਉਹਨਾਂ ਨੂੰ ਦੇ ਰਹੀਆਂ ਹੈਗੀਆਂ, ਜਿਨ੍ਹਾਂ ਦੇ ਕਰਕੇ ਕਿਸਾਨਾਂ ਦੇ ਵਿੱਚ ਰੋਸ ਆ। ਇੱਕ ਕਾਲ ਦਿੱਤੀ ਗਈ ਹੈ ਡੀਸੀ ਦਫ਼ਤਰ ਦਾ ਘਿਰਾਓ ਕਰਨ ਦੀ ਕਿ ਜੇ ਇਹ ਸਰਕਾਰਾਂ ਤੱਕ ਇਹ ਮੈਸੇਜ ਲਗਾਉਂਦੇ ਅੱਜ ਪਹਿਲਾਂ ਮੀਡੀਆ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਆ, ਅਗਰ ਇਹਨਾਂ ਦੀ ਗੱਲ ਤੇ ਨਹੀਂ ਸੁਣਵਾਈ ਹੁੰਦੀ ਤਾਂ ਇਹ ਸੰਘਰਸ਼ ਹੋਰ ਵੱਡੇ ਲੈਵਲ ਤੇ ਜਾਏਗਾ। ਕੱਟ ਕਰ ਸਰਪੰਚ ਸਾਹਿਬ ਦੀ ਗੱਲ ਕੀ ਕਹਿਣਾ ਚਾਹੁੰਦੇ ਹੋ? ਅੱਜ ਜਿੱਦਾਂ ਹੁਣ ਪਿੰਡ ਗੌਂਸਗੜ੍ਹ ਦੇ ਵਿੱਚ ਇੱਕ ਮੀਟਿੰਗ ਹੋਈ ਆ, ਹੱਥਾਂ ਦੇ ਵਿੱਚ ਸਲੋਗਨ ਫੜਿਆ ਸਾਡਾ ਹੱਕ ਇੱਥੇ ਰੱਖ, ਕਿਸ ਤਰ੍ਹਾਂ ਦੇ ਹੱਕ ਦੀ ਮੰਗ ਕਰ ਰਹੇ ਹੋ ਬਾਪੂ ਜੀ? ਅਸੀਂ ਇਹ ਕਹਿੰਦੇ ਆ ਜੀ ਜਿਹੜੀ ਆਹ ਜ਼ਮੀਨ ਆ ਉਹ ਕਹਿਰ ਕਰ ਰਹੇ ਨੇ ਹਾਂਜੀ ਰੋਡ ਤੇ ਆਪਣੇ, ਇਹਦਾ ਸਾਡਾ ਮੇਰਾ ਪਿੰਡ ਦਬੋਲੀ ਆ, ਗੁਰਮੇਲ ਸਿੰਘ ਲੰਬੜਦਾਰ ਮੇਰਾ ਨਾਮ ਆ, ਤਹਿਸੀਲ ਭੈਣ ਚ ਪੈਂਦਾ। ਅੱਛਾ ਜੀ। ਸਾਡੇ 1 ਕਰੋੜ 25 ਲੱਖ ਦੀਆਂ ਰਜਿਸਟਰੀਆਂ ਹੋਈਆਂ ਨੇ। ਅੱਛਾ ਜੀ। ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੇ ਰਜਿਸਟਰੀ ਦੇ ਹਿਸਾਬ ਨਾਲ ਸਾਨੂੰ ਦੁੱਗਣਾ ਮੁਆਵਜ਼ਾ ਦਿਓ, ਅਸੀਂ ਦੇਣ ਨੂੰ ਤਿਆਰ ਆ। ਦੁੱਗਣਾ ਵੀ ਨਹੀਂ ਦਿੰਦੇ, ਚੌਗਣਾ ਦਾ ਕੀ ਦੇਣਾ। ਉਹ ਕਹਿੰਦੇ ਨੇ ਸਾਡਾ ਜਿਹੜਾ ਕਲੈਕਟਰ ਰੇਟ ਆ, ਡੀਸੀ ਰੇਟ ਆ 7,20,000 ਹੈ, ਉਹ ਕਹਿੰਦੇ ਸਾਨੂੰ ਚੌਗਣਾ ਦੇਣਾ। ਸਾਨੂੰ ਇਹ ਮਨਜ਼ੂਰ ਨਹੀਂ, ਇਸ ਕਰਕੇ ਅਸੀਂ ਆਹ ਸੰਘਰਸ਼ ਕਰ ਰਹੇ ਹਾਂ। ਬਾਪੂ ਜੀ ਫਿਰ ਜਿੱਦਾਂ ਹੁਣ ਸਰਕਾਰੀ ਰੇਟ ਤਾਂ ਇਹ ਕਹਿ ਰਹੇ ਹੋ, ਤੁਸੀਂ ਮੰਗ ਹੋਰ ਕਰ ਰਹੇ ਹੋ, ਫਿਰ ਇਹ ਮਸਲਾ ਕਿੱਦਾਂ ਸੋਲਡ ਆਊਟ ਹੋਊਗਾ, ਕਿੱਦਾਂ ਇਹ ਗੱਲ ਕਲੀਅਰ ਹੋਏਗੀ? ਇਹ ਤਾਂ ਹੁਣ ਗਵਰਨਮੈਂਟ ਨੇ ਦੇਖਣਾ, ਅਸੀਂ ਉਹਨਾਂ ਦੇ ਦੇਣੇ ਹੀ ਨਹੀਂ, ਜਿਹੜਾ ਕੋਈ ਮਰਜ਼ੀ ਕਰ। ਗਵਰਨਮੈਂਟ ਨੇ ਦੇਖਣਾ, ਮਾਰਕੀਟ ਦੇਖੇਗਾ ਨਾ ਵੀ ਮਾਰਕੀਟ ਕਿੰਨੀ ਹੈ, ਮਾਰਕੀਟ ਰੇਟ। ਅੱਛਾ, ਅਗਰ ਬਾਪੂ ਜੀ ਮੰਨ ਲਓ ਸਰਕਾਰ ਨਹੀਂ ਉਸ ਪਾਸੇ ਆਉਂਦੀ ਹੈਗੀ, ਤੁਹਾਨੂੰ ਨਹੀਂ ਪੂਰਾ ਮਾਲਿਕਾਨਾ ਹੱਕ ਮਿਲਦਾ ਵਾ, ਤਾਂ ਫਿਰ ਤੁਸੀਂ ਆਪਣੀਆਂ ਜਿਹੜੀਆਂ ਜ਼ਮੀਨਾਂ ਐਕਵਾਇਰ ਕਰਨੇ ਸਰਕਾਰ ਕਹਿ ਰਹੀ ਆ, ਜ਼ਮੀਨਾਂ ਦਿਓਗੇ ਕਿ ਨਹੀਂ ਦਿਓਗੇ? ਨਹੀਂ ਕਿਸੇ ਨੇ ਖਾਤੇ ਨਹੀਂ ਦੇਣੇ, ਕਿਸੇ ਨੇ ਪੈਸੇ ਨਹੀਂ ਇਸ ਲੋਟ ਲੈਣੇ। ਜੇ ਸਾਡੇ ਨਾਲ ਧੱਕਾ ਕਰਨਗੇ ਇਹ ਤਾਂ ਉਹਨਾਂ ਦੀ ਮਾੜੀ ਗੱਲ ਆ, ਧੱਕਾ ਕਿਵੇਂ ਚੱਲੂ ਦੱਸੋ? ਸਾਡੇ ਪਰਿਵਾਰ ਕਿੱਧਰ ਜਾਣਗੇ ਸਾਰੇ? ਧੱਕੇ ਵਾਲੀ ਗੱਲ ਤਾਂ ਚੱਲਣੀ ਨਹੀਂ। ਸਾਨੂੰ ਵਿੱਚ ਮੀਟਿੰਗ ਸੱਦਣ, ਸਾਡੇ ਨਾਲ ਬੈਠ ਕੇ ਉਹ ਰੇਟ ਫਿਕਸ ਕਰਨ, ਰਾਏ ਕਰਨ ਤੁਹਾਡੇ ਨਾਲ, ਰਾਏ ਕਰਨ, ਦੱਸਣ, ਆਪੋ ਵਿੱਚ ਮੀਟਿੰਗ ਡੀਸੀ ਸਾਹਿਬ ਆਉਣ, ਡੀਸੀ ਸਾਹਿਬ ਤੇ ਬਸ ਆ ਸਾਰੀ ਗੱਲ। ਐਂ ਥੋੜ੍ਹਾ ਵੀ ਸਾਡੇ ਖਾਤੇ ਕਹਿੰਦੇ ਖਾਤੇ ਦੇ ਦਿਓ ਪੈਸੇ ਪਾ ਦਿਆਂਗੇ, ਹਲੇ ਮੀਟਿੰਗ ਕੋਈ ਹੋਈ ਨਹੀਂ, ਰੇਟ ਸਾਡਾ ਕੋਈ ਫਿਕਸ ਨਹੀਂ ਹੋਇਆ, ਖਾਤੇ ਕਿਵੇਂ ਦੇ ਦਾਂਗੇ? ਪਤਾ ਨਹੀਂ ਕਿੰਨੇ ਪਾਉਣਗੇ ਕਿੰਨੇ ਨਹੀਂ ਪਾਉਣਗੇ। ਠੀਕ ਹੈ ਬਾਪੂ, ਧੰਨਵਾਦ। ਤੁਸੀਂ ਜਿਹੜੀ ਪਿੰਡ ਗੌਂਸਗੜ੍ਹ ਦੇ ਵਿੱਚ ਮੀਟਿੰਗ ਹੋਈ ਅੱਜ, ਤੁਹਾਡੇ ਇੱਥੇ ਵੱਖਰੇ ਬੁਲਾਰੇ ਪਹੁੰਚੇ ਨੇ, ਹਰ ਬੰਦੇ ਨੇ ਦੱਸਿਆ ਵਾ ਕਿ ਸਰਕਾਰ ਕਿਤੇ ਨਾ ਕਿਤੇ ਸਰਕਾਰੀ ਜਿਹੜੀ ਜ਼ਮੀਨਾਂ ਨੇ ਉਹਦੇ ਵਿੱਚੋਂ ਹਾਈਵੇ ਕੱਢ ਰਹੀ ਆ, ਜਗ੍ਹਾ ਦਾ ਮੁੱਲ ਪੂਰਾ ਨਹੀਂ ਮਿਲਿਆ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਇਹ ਜੀ ਸਰਾਸਰ ਲੁੱਟ ਹੋ ਰਹੀ ਆ। ਮੇਰਾ ਪਿੰਡ ਹਲਵਾਰਾ ਵਾ, ਹਲਵਾਰੇ ਨੈਸ਼ਨਲ 에ਅਰਪੋਰਟ ਬਣ ਜਾ ਰਿਹਾ ਵਾ। ਹਾਂਜੀ। ਸਾਰੇ ਪੰਜਾਬ 'ਚ ਕੀ ਦੁਨੀਆ 'ਚ ਪਤਾ ਵਾ, ਉੱਥੇ ਵੀ ਇਹਨਾਂ ਨੇ ਜ਼ਮੀਨ 20,60,000 ਸਣੇ ਸਾਰਾ ਉਜਾੜਾ ਪੱਤਾ ਪਾ ਕੇ ਆਹੀ ਕੁਛ ਦਿੱਤਾ। ਉਹ ਕਿਸਾਨ ਰੋਂਦੇ ਆ, ਇਹ ਲੁੱਟਣ ਨੂੰ ਫਿਰਦੇ ਆ। ਸਾਡੀ ਇੱਕ ਹੋਰ ਵੀ ਮੰਗ ਵਾ, ਡੀਸੀ ਦੇ ਤੇ ਧਰਨਾ ਅਸੀਂ ਦੇਣਾ ਹੀ ਆ। ਜੇ ਕੋਈ ਕਾਲੀ ਜਾਂ ਕਾਂਗਰਸੀ ਕੋਈ ਸਾਡੇ ਉੱਥੇ ਪਿੰਡ 'ਚ ਵੜੂਗਾ ਵੋਟਾਂ ਨੂੰ, ਅਸੀਂ ਉਹਦਾ ਬਾਈਕਾਟ ਕਰਾਂਗੇ, ਕੋਈ ਸਟੇਜ ਨਹੀਂ ਲਾਉਣ ਦੇਵਾਂਗੇ।
ਉਹਨੂੰ ਭਜਾਵਾਂਗੇ ਅਸੀਂ। ਸਰ ਇਹ ਤਾਂ ਗੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਆਪਣਾ ਦਿੱਲੀ ਧਰਨਾ ਲੱਗਿਆ ਹੋਇਆ ਵਾ, ਆਪਣੀ ਕਮੇਟੀ ਬੈਠੀ ਹੈ ਉੱਥੇ, ਉਹਨਾਂ ਵੱਲੋਂ ਵੀ ਕਿਹਾ ਗਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀ ਚੋਣਾਂ ਆਉਣੀਆਂ ਨੇ ਸਾਰੇ ਲੀਡਰਾਂ ਦਾ ਬਾਈਕਾਟ ਕੀਤਾ ਜਾਵੇ, ਕਿਉਂਕਿ ਉਹਨਾਂ ਨੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਆਵਾਜ਼ ਨਹੀਂ ਚੱਕੀ, ਜਿਹਦੇ ਕਰਕੇ ਆਪਣਾ ਕਿਸਾਨ ਭਾਈਚਾਰਾ ਉੱਥੇ ਬੈਠਾ ਵਾ। ਇਸ ਚੀਜ਼ ਨੂੰ ਵੀ ਲੈ ਕੇ ਤੁਹਾਡੇ ਦਿਲਾਂ ਦੇ ਵਿੱਚ ਰੋਸ ਹੈਗਾ ਜੀ? ਹਾਂਜੀ, ਇਸ ਨੂੰ ਵੀ ਰੋਸ ਆ। ਜਿਹੜੇ ਇਹ 3 ਕਾਲੇ ਕਾਨੂੰਨ ਆਦੇ ਲਈ ਬੈਠੀ ਆ, ਇਹ ਉਹਨਾਂ ਦੀ ਇੱਕ ਲੜੀ ਆ, ਕਿਉਂ ਜਿਹੜੀਆਂ ਇਹ ਸੜਕਾਂ ਨੇ ਅਵਾਨੀ ਅਡਾਨੀ ਲਈ ਬਣਾਈਆਂ ਜਾ ਰਹੀਆਂ ਨੇ। ਸਾਡੇ ਜਿਹੜਾ ਹਲਵਾਰੇ ਨੈਸ਼ਨਲ 에ਅਰਪੋਰਟ ਕਹਿੰਦੇ ਆ, ਉਹ ਕਾਰਗੋ ਦਾ ਠੇਕਾ ਦਿੱਤਾ ਗਿਆ ਹੁਣ PWD ਨੂੰ, ਜੋ ਕਿ ਸਿੱਧਾ ਹੀ ਸਬਜ਼ੀ ਜਿਹੜੀ ਇਹਨਾਂ ਦੀ ਢੋਣੀ ਆ, ਇਹਨਾਂ ਨੇ ਉੱਥੇ ਪਹਿਲਾਂ ਅੰਮ੍ਰਿਤਸਰ ਵਾਲਾ ਨਹੀਂ ਚੱਲਿਆ ਇਹਨਾਂ ਕੋਲੋਂ, ਮੋਹਾਲੀ ਵਾਲਾ ਨਹੀਂ ਚੱਲਿਆ, ਉਹਨੂੰ ਚਲਾ ਲੈਂਦੇ ਪਹਿਲਾਂ। ਉੱਥੇ ਕਿਤੇ 161 ਏਕੜ ਜ਼ਮੀਨ ਉੱਥੇ ਰੋਕ ਕੇ ਬਹਿ ਗਏ, ਉਹ ਨਹੀਂ ਇਹਨਾਂ ਕੋਲ ਚੱਲਿਆ ਪੰਜਾਬ 'ਚ, ਹੁਣ ਇਹਨੂੰ ਚਲਾ ਦੇਣਗੇ। ਸਰ ਆਹ ਵਾਲਾ ਜਿਹੜਾ ਮੈਟਰਾਂ ਜ਼ਮੀਨਾਂ ਦੇ ਵਿੱਚੋਂ ਆਪਣੀ ਜ਼ਮੀਨ ਅਕਵਾਇਰ ਕਰਦਾ, ਇਹ ਜਿਹੜਾ ਆਪਣੀ ਉੱਥੇ ਆਪਣੀ ਕਮੇਟੀ ਬੈਠੀ ਆ, ਸੰਘਰਸ਼ ਕਮੇਟੀ ਹੈਗੀ ਹੈ ਦਿੱਲੀ, ਉਹਨਾਂ ਦੇ ਧਿਆਨ ਦੇ ਵਿੱਚ ਤੁਸੀਂ ਮਸਲਾ ਲਿਆਂਦਾ ਹੋਇਆ ਸਾਰਾ ਇਹ? ਹਾਂਜੀ, ਜਿਹੜੀਆਂ ਦਿੱਲੀ ਜਥੇਬੰਦੀਆਂ ਬੈਠੀਆਂ, ਸੰਯੁਕਤ ਮੋਰਚਾ ਸਾਡੇ ਨਾਲ ਆ, ਜਿਹੜਾ ਟੋਟਲੀ ਜਥੇਬੰਦੀਆਂ, ਹੁਣ ਜਦੋਂ DC ਹਾਊਸ ਧਰਨਾ ਲਾਉਣਾ, ਸਾਡੇ ਨਾਲ ਲਾਉਣਾ ਉਹਨਾਂ ਨੇ। ਸਰ ਜਥੇਬੰਦੀ ਤੋਂ ਕਿਹੜੇ ਲੀਡਰ ਆ ਕੇ ਤੁਹਾਡੀ ਉਹਦੇ ਨਾਲ ਅਗਵਾਈ ਕਰ ਰਹੇ ਨੇ? ਉਦਣ ਆਪਣੇ ਇੱਕ ਤਾਂ ਅਗਰਾਹਾਂ ਜਥੇਬੰਦੀ ਵਾਲੀ, ਏਕਤਾ ਅਗਰਾਹਾਂ ਵਾਲੇ, ਡਕੌਲਦਾ ਵਾਲੇ, ਸਾਡੇ ਪਿੰਡ 'ਚ ਵੀ ਬਣੀ ਹੋਈ ਹੈ ਜਥੇਬੰਦੀ, ਤੇ ਅੱਗੇ ਆਪਣੇ ਰਾਜੇਵਾਲ, ਸਾਰੇ ਟੋਟਲ ਜਥੇਬੰਦੀ ਦੀ ਸਾਨੂੰ ਹਮਾਇਤ ਆ, ਉਹ ਆਉਣਗੇ ਸਾਡੇ ਨਾਲ। ਬਾਕੀ ਕਿਸਾਨ ਭਾਈਚਾਰਾ ਜਿਹੜਾ ਤੁਹਾਡੀ ਵੀਡੀਓ ਦੇਖ ਰਿਹਾ ਵਾ, ਤੁਹਾਨੂੰ ਚੈਨਲ ਤੇ ਦੇਖੂਗਾ, ਜਿਹੜੇ ਪਿੰਡਾਂ ਦੇ ਲੋਕ ਬੈਠੇ ਆ, ਤੁਸੀਂ ਆਪਣਾ ਕੋਈ ਮੈਸੇਜ ਲਗਾਉਣਾ ਚਾਹੁੰਦੇ ਹੋ ਉਹਨਾਂ ਨੂੰ, ਕੀ ਕਹਿਣਾ ਚਾਹੁੰਦੇ ਆ ਲਾਸਟ ਤੇ? ਅਸੀਂ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਸੇਜ ਲਾਉਣਾ ਚਾਹੁੰਦੇ ਆ ਵੀ ਕੌਡੀਆਂ ਦੇ ਭਾਅ ਤੁਹਾਡੀ ਲੁੱਟ ਹੋ ਜਾਣੀ ਆ, ਗਾਹਾਂ ਜਾ ਕੇ ਸਾਨੂੰ ਜ਼ਮੀਨ ਮਿਲਣੀ ਨਹੀਂ, ਜ਼ਮੀਨ ਜੱਟ ਦੀ ਮਾਂ ਵਾ, ਉਹਦੇ ਕਰਕੇ ਤੁਸੀਂ ਸਾਰੇ ਸੁਚੇਤ ਹੋਵੋ। ਆਪਾਂ ਆਪਦਾ ਹੱਕ ਲੈਣਾ। ਜਿਹੜੇ ਮੰਤਰੀ ਸ਼ੰਤਰੀ ਜਾਂ ਪ੍ਰਧਾਨ ਮੰਤਰੀ ਆ, ਉਹਨਾਂ ਨੇ ਆਪਣੇ ਜੇਬ 'ਚੋਂ ਪੈਸੇ ਨਹੀਂ ਦੇਣੇ, ਇਹ ਵੀ ਸਾਡਾ ਹੀ ਪੈਸਾ ਵਾ, ਇਹ ਸਾਡਾ ਟੈਕਸ ਦੇ ਰੂਪ ਵਿੱਚ ਜਿਹੜਾ ਜਾਂਦਾ ਉਹੀ ਪੈਸਾ ਸਰਕਾਰ ਨੇ ਦੇਣਾ। ਜਦ ਕਿ 2013 ਦੇ ਵਿੱਚ ਘੱਟ ਤੋਂ ਘੱਟ 1.5 ਕਰੋੜ ਪੇਮੈਂਟ ਹੋਈ ਆ, NH 64 ਨਿਕਲਿਆ ਵਾ, ਬਾਕੀ ਉਦੋਂ ਉੱਚੀ ਹੋਈ ਆ, 6 ਕਰੋੜ ਤੱਕ ਵੀ ਹੋਈ ਆ। 1 ਏਕੜ ਦਾ 1.5 ਕਰੋੜ ਰੁਪਈਆ ਘੱਟ ਤੇ ਘੱਟ ਮਿਲਿਆ ਹੋਇਆ। ਹੁਣ ਹੋ ਗਏ 8 ਸਾਲ, ਹੁਣ ਮਹਿੰਗਾਈ ਵੱਧ ਗਈ ਕਿ ਘਟ ਗਈ? ਇਹ ਸਾਡਾ ਮਸਲਾ ਵੀ ਅਸੀਂ ਤਾਂ ਲੁੱਟੇ ਜਾ ਰਹੇ ਹਾਂ, ਸਾਨੂੰ ਅੱਗੇ ਜਾ ਕੇ ਜ਼ਮੀਨ ਮਿਲਣੀ ਨਹੀਂ। ਸਰ ਇੱਕ ਲਾਸਟ ਕੁਐਸਚਨ ਕਰਨਾ ਚਾਹੁੰਦੇ ਆ, ਝੋਨੇ ਦੀ ਹੁਣ ਜ਼ੀਰੀ ਲਾਈ ਆ, ਫਸਲ ਲਾਈ ਹੋਈ ਆ, ਪੈਟਰੋਲ ਬਹੁਤ ਮਹਿੰਗਾ, ਡੀਜ਼ਲ ਬਹੁਤ ਮਹਿੰਗਾ ਹੋ ਗਿਆ ਵਾ, ਲਾਈਟਾਂ ਦੇ ਕੱਟ ਲੱਗ ਰਹੇ ਆ, ਕਿੱਦਾਂ ਸਰ ਫਸਲਾਂ ਪਾਲ ਲਿਓ, ਕਿੱਦਾਂ ਸਿੰਚਾਈ ਕਰ ਰਹੇ ਹੋ, ਪਾਣੀ ਕਿੱਦਾਂ ਲਗਾ ਰਹੇ ਹੋ ਜ਼ਮੀਨਾਂ ਨੂੰ, ਇਹਦੇ ਬਾਰੇ ਕੋਈ ਦੱਸੋ ਸਰ। ਇਹ ਵੀ ਤਾਂ ਇਹਦਾ ਵਜ਼ਨ ਤੁਹਾਡੇ ਉੱਤੇ ਹੀ ਪੈ ਰਿਹਾ ਸਰ। ਇਹ ਇਸ ਤਰ੍ਹਾਂ ਜੀ, ਮੈਂ ਬਿਜਲੀ ਬੋਰਡ 'ਚ ਵੀ ਜੌਬ ਕਰੀ ਹੈ, ਜੇ ਜੇਈ ਮੈਂ ਰਿਟਾਇਰ ਹੋਇਆ ਵਾਂ, ਇਹਦਾ ਪਤਾ ਕੀ ਹੱਲ ਵਾ। ਹੁਣ ਕਿਸਾਨਾਂ ਨੇ ਲਾਇਆ, ਉਹਨਾਂ ਦਾ ਰੋਸ ਕਰਨਾ ਵਾ ਬਿਜਲੀ ਘਰ ਮੂਹਰੇ, ਪਰ ਬਿਜਲੀ ਕਿਹਨੇ ਖਰੀਦਣੀ ਆ? ਬਿਜਲੀ ਖਰੀਦਣੀ ਆ ਸਰਕਾਰ ਨੇ। ਮੰਤਰਾਲਾ, ਬਿਜਲੀ ਮੰਤਰਾਲਾ ਕਿਸੇ ਨੇ ਲਿਆ ਨਹੀਂ, ਸਿੱਧੂ ਨੇ, ਉਹ ਆਪਦੇ ਕੋਲੇ ਕੈਪਟਨ ਕੋਲੇ ਆ, ਉਹਨੇ ਪ੍ਰਬੰਧ ਕਰਨਾ ਸੀ। ਜਦ ਕਿ ਸਾਡਾ ਇੰਨਾ ਵਧੀਆ ਥਰਮਲ ਪਲਾਂਟ ਬਠਿੰਡੇ ਵਾਲਾ ਚੱਲਦਾ ਸੀ ਸਰਕਾਰੀ, ਉਹਨਾਂ ਨੇ ਵੇਚਤਾ, ਉੱਥੇ ਮਾਈਨਿੰਗ ਕਰਾਈ ਜਾਂਦੇ ਆ, ਲੁੱਟ ਹੋ ਰਹੀ ਆ। ਬਾਕੀ ਗੋਂਦਵਾਲ ਵਾਲਾ 660 ਮੈਗਾਵਾਟ ਵਾਲਾ, ਉਹ ਯੂਨਿਟ ਇਹਨਾਂ ਕੋਲ ਹਜੇ ਤੱਕ ਨਹੀਂ ਚੱਲਿਆ, ਉਹਦੇ ਵਿੱਚ 1540 ਮੈਗਾਵਾਟ ਦਾ ਪਾੜਾ ਵਾ, ਤਾਂ ਕੱਟ ਲੱਗਦੇ ਆ, ਕੱਟ ਤੱਕਦੇ ਨਹੀਂ, ਸਾਰੇ ਬਲੈਕ ਆਊਟ ਹੋ ਜੂ ਜੇ ਨਾ ਕੱਟ ਲਾਊਗਾ। ਰੋਪੜ ਵਾਲੇ ਵੀ ਬੰਦ ਪਏ, 2 ਯੂਨਿਟ ਰੋਪੜ ਵਾਲੇ ਦੇ 2 ਯੂਨਿਟ ਬੰਦ ਪਏ ਆ, ਇਹ ਬਲੈਕ ਆਊਟ ਹੋ ਜੂ ਜੇ ਨਾ ਪਾਵਰ ਕੱਟ। ਜਿਹੜਾ PC ਪਟਿਆਲਾ, ਉਹਨੇ ਕੱਟ ਲਵਾਉਣੀ ਆ, ਕਿਉਂਕਿ ਉਹਦੇ ਵਿੱਚ ਪਾੜਾ ਵਾ, ਜੇ ਉਹ ਨਾ ਲਵਾਇਆ ਸਾਰਾ ਸਿਸਟਮ ਬੰਦ ਹੋ ਜਾਊਗਾ। ਉੱਤਰੀ ਗ੍ਰਿਡ ਫੇਲ ਹੋ ਗਿਆ, ਅੱਗੇ ਹੋ ਗਿਆ ਸੀ 48 ਘੰਟੇ ਬਿਜਲੀ ਬਲੈਕ ਆਊਟ ਰਹੀ ਸੀ, ਤੁਹਾਨੂੰ ਪਤਾ ਹੀ ਆ ਪੱਤਰਕਾਰੋ ਤੁਸੀਂ। ਸਰ ਫੇਲੀਅਰ ਕਿਹਦਾ ਮੰਨਦੇ ਹੋ ਸਾਰਾ ਇਹਦੇ ਵਿੱਚ? ਜੇ ਮੰਨ ਲਓ ਕਿਸਾਨਾਂ ਦੀ ਜਿਹੜੀਆਂ ਇਸ ਤਰ੍ਹਾਂ ਫਸਲਾਂ ਖਰਾਬ ਹੋਣਗੀਆਂ ਵਾ, ਸਰਕਾਰਾਂ ਨੇ ਬਿਜਲੀ ਦੇ ਰੇਟ ਵਧਾਤੇ ਆ, ਸਭ ਤੋਂ ਮਹਿੰਗੀ ਬਿਜਲੀ ਦੱਸੀ ਜਾ ਰਹੀ ਪੰਜਾਬ 'ਚ ਮਹਿੰਗੀ ਹੈਗੀ ਆ, ਕੇਜਰੀਵਾਲ ਕਹਿ ਕੇ ਗਿਆ ਮੈਂ 300 ਯੂਨਿਟ ਮਾਫ ਕਰ ਦੂੰਗਾ। ਸਰ ਕਿੱਦਾਂ ਸਾਰਾ ਸਟਰਕਚਰ ਚੱਲੇਗਾ ਜੀ? ਦੇਖੋ ਜੀ, ਇਹ ਲੋਲੀਪੌਪ ਨੇ ਪਹਿਲਾਂ ਜ਼ਿਆਦਾ ਕਿਸਾਨਾਂ ਨੂੰ ਬਿਜਲੀ ਮਾਫ ਕਰੀ ਸੀਗੀ, ਕਿਸਾਨਾਂ ਦੀ ਤਾਂ ਮੰਗ ਹੀ ਨਹੀਂ ਸੀ। ਭੱਠੜ ਆਈ, ਭੱਠੜ ਕਹਿੰਦੀ ਮੈਂ 5 ਕਿੱਲੇ ਵਾਲੇ ਨੂੰ ਮਾਫ ਕਰੂੰਗੀ, ਬਾਦਲ ਕਹਿੰਦਾ ਮੈਂ ਸਾਰੀ ਕਰ ਦੂੰ। ਬਾਦਲ ਉਹਨਾਂ ਦੀਆਂ ਆਪਦੀਆਂ 100 ਮੋਟਰਾਂ ਨੇ, ਉਹਨਾਂ ਦਾ ਢਿੱਡ ਨਹੀਂ ਭਰਿਆ। ਕਿਤੇ ਨਾ ਕਿਤੇ ਉਹਨੇ ਆਪਣਾ ਫਾਇਦਾ ਲੈਣ ਦੀ ਖਾਤਰ ਇਹ ਆਪਣਾ ਲੋਲੀਪੌਪ ਦਿੱਤਾ ਜਿਹੜਾ। ਲੋਲੀਪੌਪ ਦਿੰਦੇ ਰਹੇ ਆ। ਜਿਹੜੇ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਸਕਦੇ ਆ, ਉਹਨਾਂ ਕੋਲੋਂ ਅਸੀਂ ਕੀ ਆਸ ਰੱਖ ਸਕਦੇ ਆ? ਕਿਸਾਨ ਜਥੇਬੰਦੀਆਂ ਵੱਲੋਂ ਸਾਰੀਆਂ ਜਿੰਨੇ ਵੀ ਰਾਜਨੀਤਿਕ ਪਾਰਟੀਆਂ, ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦਾ ਵਾ, ਸਾਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਵਾ। ਪਿੰਡਾਂ ਥਾਈਂ ਵੜਨ 'ਚੋਂ ਮਨਾ ਕਰ ਦਿੱਤਾ। ਆਉਣ ਵਾਲੇ ਸਮਾਂ ਦੇ ਵਿੱਚ ਚੋਣਾਂ ਦੇ ਵਿੱਚ ਕਿਸਾਨਾਂ ਨੇ ਜਿਹੜਾ ਸੰਘਰਸ਼ ਵੀ ਲਿਖਿਆ ਵਾ, ਕੀ ਪ੍ਰਭਾਵ ਪਊਗਾ ਵੋਟਾਂ ਦੇ ਉੱਤੇ? ਇਹਦੇ ਤੇ ਪੂਰਾ ਪ੍ਰਭਾਵ ਪਊਗਾ ਜੀ। ਜੇ ਹੁਣ ਤੁਸੀਂ ਦੇਖ ਲਓ, ਜੇ ਮੋਦੀ ਨੇ ਪੰਗਾ ਲਿਆ ਤਾਂ ਕਿਸਾਨਾਂ ਨੇ ਜਾ ਕੇ ਬੰਗਾਲ ਦੇ ਵਿੱਚ ਵਿਰੋਧ ਕਰਿਆ, ਉੱਥੋਂ ਵੀ ਇਹਨੂੰ ਮੂੰਹ ਦੀ ਖਾਣੀ ਪਈ ਆ। ਇਸੇ ਤਰ੍ਹਾਂ ਪੰਜਾਬ 'ਚੋਂ ਇਹਨਾਂ ਨੂੰ ਖਾਣੀ ਪੈਣੀ ਆ। ਜਿਹੜਾ ਇੱਕ ਇਹਨਾਂ ਦਾ ਆਹ ਸਿਰ ਫਰਿਆ ਲੀਡਰ ਪੰਜਾਬ 'ਚ ਵੀ ਫਿਰਦਾ, ਇੱਕ ਉਹ ਜੇ ਉਹਦਾ ਦੇਖੋ ਝੋਨਾ ਵੀ ਵਾਹਤਾ, ਉਹ ਗਰੇਵਾਲ ਜਿਹੜਾ, ਹਾਂ ਹਰਜੀਤ ਗਰੇਵਾਲ, ਉਹ ਕਿਸਾਨਾਂ ਨਾਲ ਨਹੀਂ ਖੜਿਆ ਹੈਗਾ, ਇਹਨਾਂ ਦੀ ਬੋਲੀ ਬੋਲਦਾ। ਦੇਖੋ ਆਉਣ ਵਾਲੇ ਸਮੇਂ 'ਚ ਉਹਦਾ ਕਿਸਾਨ ਕੀ ਬੁਰਾ ਹਾਲ ਕਰਦੇ ਆ। ਅਸੀਂ ਤੁਹਾਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ 5 ਸਾਲ। ਉੱਤਰ ਕਾਟੋ ਮੈਂ ਚੜਾਂ, ਕਦੇ ਕਾਂਗਰਸ ਕਦੇ ਅਕਾਲੀ। ਇਹਨਾਂ ਨੂੰ ਪਤਾ ਕਾਂਗਰਸ ਨਹੀਂ ਆਉਣਾ, ਵੀ ਅਕਾਲੀ ਵਾਲੇ ਨਹੀਂ, ਉਹ ਆਪਣੇ ਝੋਲੇ ਵੱਡੇ ਸਪਾਈ ਫਿਰ। ਇਹਦੇ ਬਾਰੇ ਤਾਂ ਸਿੱਧੇ ਕਹਿੰਦਾ ਗੇਮ ਹੋ ਰਹੀ ਆ, ਕਦੇ ਉਹ ਖੇਡਦੇ ਕਦੇ ਉਹ ਖੇਡਦੇ ਆ ਜੀ। ਇਹ ਗੇਮ ਆ ਜੀ, ਗੇਮ ਹੀ ਚੱਲ ਰਹੀ ਆ। ਮੇਰੇ ਹਿਸਾਬ ਨਾਲ ਤਾਂ ਕੈਪਟਨ ਹੁਣ ਪੰਜਾਬ ਕਾਂਗਰਸ ਦਾ ਭੋਗ ਪਾਉਣ ਤੇ ਲੱਗਿਆ ਹੋਇਆ। ਇਹਨਾਂ ਦਾ ਆਪ ਦਾ ਕਲੇਸ਼ ਨਹੀਂ ਮੁੱਕਦਾ, ਕਦੇ ਸਿੱਧੂ ਦਿੱਲੀ, ਕਦੇ ਕੈਪਟਨ ਦਿੱਲੀ। ਹੁਣ ਬਿਜਲੀ ਤਾਂ ਕਿਸਾਨਾਂ ਨੇ ਨਹੀਂ ਖਰੀਦਣੀ,
ਜਾਂ ਬਿਜਲੀ ਮੁਲਾਜ਼ਮਾਂ ਨੇ ਤਾਂ ਨਹੀਂ ਖਰੀਦਣੀ, ਉਹਨਾਂ ਨੇ ਤਾਂ ਵੰਡਣੀ ਆ। ਸਰ ਕਿਸਾਨ ਇਸ ਟਾਈਮ ਕੀ ਕਰਨਗੇ? ਉੱਥੇ ਦਿੱਲੀ ਦੇ ਵਿੱਚ ਕਮੇਟੀਆਂ ਦਾ ਜਿਹੜਾ ਆਪਣਾ ਸੰਘਰਸ਼ ਲਿਖਿਆ ਉਹਦੇ ਵਿੱਚ ਜਾ ਕੇ ਬੈਠਣਗੇ, ਆਪਦੀ ਜਿਹੜੀ ਫਸਲ ਲਗਾਈ ਹੋਈ ਆ ਉਹਨੂੰ ਟਾਈਮ ਦੇਣਗੇ। ਹੁਣ ਤੁਸੀਂ ਕਹਿ ਰਹੇ ਹੋ ਇੱਕ ਨਵਾਂ ਯਾਨੀ ਕਿ ਚੱਕਰ ਪਾਤਾ ਸਰਕਾਰਾਂ ਨੇ, ਕਿਸਾਨ ਉੱਥੇ ਬੈਠੇ ਪਿੱਛੋਂ ਗਮਰਾਹ ਕਰਕੇ ਬੁਰਜੀਆਂ ਲਗਾਤੀਆਂ ਵਾ, ਪਿੰਡਾਂ ਦੇ ਵਿੱਚ ਨਿਸ਼ਾਨਦੇਹੀ ਕਰ ਲਈ ਆ ਵੀ ਅਸੀਂ ਜ਼ਮੀਨ ਅਕਵਾਇਰ ਕਰਨੀ ਆ। ਕਿਸਾਨ ਤਾਂ ਹਰ ਪਾਸੇ ਮਰਦਾ ਪਿਆ ਸਰ। ਹਾਂਜੀ, ਇਹ ਨਾ ਪਾੜੋ ਤੇ ਰਾਜ ਕਰੋ ਵਾਲੀ ਉਹ ਗੱਲ ਆ ਵੀ ਇਹ ਉਹਨਾਂ ਨੂੰ ਤਾਰ ਪੀਡੋ ਕੀਤਾ ਜਾਂਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਪ੍ਰੈਸ ਕਰਕੇ ਠਾਇਆ ਜਾਵੇ। ਪਰ ਇਹ ਪਹਿਲਾਂ ਕਰਤਾਰ ਸਿੰਘ ਸਰਾਭੇ ਨੇ, ਇਹਦੇ ਚਾਚੇ ਨੇ ਵੀ ਲੜਿਆ ਸੀ, ਉਦੋਂ ਵੀ ਇਹ 9 ਮਹੀਨੇ ਚੱਲ ਗਿਆ ਸੀਗਾ। ਪਰ ਕਿਸਾਨ ਪਹਿਲਾਂ 6 ਮਹੀਨੇ ਕਹਿ ਕੇ ਗਏ ਸੀ, ਹੁਣ 24 ਤੱਕ ਇਹਨਾਂ ਦੀ ਸਰਕਾਰ ਆ। 2024 ਤੱਕ ਕਿਸਾਨ ਕਹਿੰਦੇ ਇੱਥੋਂ ਨਹੀਂ ਜਾਵਾਂਗੇ। ਉਹਨਾਂ ਦਾ ਦੇਖ ਲਓ ਸਦਕ 500-600 ਕਿਸਾਨ ਸਾਡਾ ਸ਼ਹੀਦ ਹੋ ਚੁੱਕਿਆ ਵਾ। ਇੱਦੋਂ ਇਹਨਾਂ ਨੇ ਇੱਕ ਵਾਰੀ ਕੋਈ ਮਤਾ ਵੀ ਨਹੀਂ ਪਾਇਆ ਕਦੇ। ਇਹਨਾਂ ਨੇ ਸਰਕਾਰਾਂ ਨੇ ਵੀ ਇਹ ਸ਼ਹੀਦ ਹੋਇਆ ਵੀ ਇਹ ਇਹਨਾਂ ਦਾ ਜੇ ਕੁੱਤਾ ਮਰ ਜਾਵੇ ਨਾ ਐਮਐਲਏ ਦਾ, ਮੰਤਰੀ ਦਾ, ਉਹਦਾ ਅਫਸੋਸ ਕਰਨ ਚਲੇ ਜਾਂਦੇ ਲੋਕ। ਪਰ ਸਾਨੂੰ ਲੋਕਾਂ ਨੂੰ ਸਿਆਣੇ ਬਣਨਾ ਪੈਣਾ। ਅੱਗੇ ਸਾਨੂੰ ਕੁੱਟਦੇ ਰਹੇ, ਹੁਣ ਅਸੀਂ ਇਹਨਾਂ ਨੂੰ ਕੁੱਟਾਂਗੇ ਜਾਂ ਪਿੰਡਾਂ ਜਾਣਗੇ। ਦਰਸ਼ਕੋ ਸੁਣ ਸਮਝੇ ਜੀ ਪਿੰਡ ਦੇ ਨਿਵਾਸੀ ਜਿਨ੍ਹਾਂ ਵੱਲੋਂ ਕਿ ਬਹੁਤ ਰੋਸ ਦਿਖਾਇਆ ਜਾ ਰਿਹਾ ਵਾ, ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ, ਕਿਤੇ ਨਾ ਕਿਤੇ ਇਹਨਾਂ ਦੀ ਹੁਣ ਜਿਵੇਂ ਦੱਸਿਆ ਜਾ ਰਿਹਾ ਕਿ ਉਪਜਾਊ ਜ਼ਮੀਨਾਂ ਦੇ ਵਿੱਚੋਂ ਨੈਸ਼ਨਲ ਹਾਈਵੇ ਵੱਡੇ ਲੰਮੇ ਰੂਟ ਕਰਕੇ ਜਿਹੜੀਆਂ ਦੱਸਿਆ ਜਾ ਰਹੀਆਂ ਕਿਲੋਮੀਟਰ ਦਾ ਸਾਡਾ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ। 5 ਹਾਈਵੇ ਨਿਕਲ ਰਹੇ ਆ, ਕਿਤੇ ਨਾ ਕਿਤੇ ਨਾ ਜਿਹੜਾ ਕਿ ਮੌਜੂਦਾ ਜਿਹੜਾ ਮੁੱਲ ਆ ਉਹ ਕਿਸਾਨਾਂ ਨੂੰ ਨਹੀਂ ਮਿਲਿਆ, ਜਿਹਦੇ ਕਰਕੇ ਜ਼ਮੀਨ ਭੰਗ ਦੇ ਭਾਅ ਜਾ ਰਹੀ ਆ। ਦੇਖਦੇ ਹਾਂ ਹੁਣ ਇੱਕ ਕਾਲ ਦਿੱਤੀ ਹੈ ਡੀਸੀ ਦਫ਼ਤਰ ਦਾ ਘਰਾਵ ਕਰਨ ਦੀ, ਇਸ ਤੋਂ ਬਾਅਦ ਇਸ ਦਾ ਜਿਹੜਾ ਇਹ ਸੰਘਰਸ਼ ਆ ਇਹ ਅੱਗੇ ਕਿੱਥੇ ਤੱਕ ਜਾਂਦਾ। ਦਰਸ਼ਕੋ ਦੇਖਦੇ ਹੋ ਦੇਸ਼ ਦੁਨੀਆ ਚੈਨਲ, ਮੈਂ ਕੈਮਰਾਮੈਨ ਸੰਦੇਸ਼ ਨਾਲ ਲੁਧਿਆਣਾ ਤੋਂ ਅਰਵਿੰਦਰ ਜੋਤੀ, ਧੰਨਵਾਦ ਦਰਸ਼ਕੋ।